ਉਹੀ ਕਬੀਰ ਜੀਓ। ਸੂਹੀ ਰਾਗ ਦੇ ਵਿੱਚ ਭਗਤ ਕਬੀਰ ਜੀਓ ਦਾ ਇਹ ਪਾਵਨ ਸ਼ਬਦ ਪ੍ਰਾਰੰਭ ਹੋ ਰਿਹਾ ਹੈ। ਭਗਤ ਕਬੀਰ ਸਾਹਿਬ ਜੀ ਦੇ ਗੁਆਂਢ ਵਿੱਚ ਕੋਈ ਆਦਮੀ ਜਦੋਂ ਚੜ੍ਹਾਈ ਕਰਨ ਲੱਗਾ, ਯਮਦੂਤਾਂ ਨੇ ਆ ਕੇ ਵਿਖਾਈ ਦਿੱਤੀ ਤਾਂ ਡਰਦਾ ਅਤੇ ਕੰਬਦਾ ਹੋਇਆ ਕਹਿਣ ਲੱਗਾ ਕਿ ਹੇ ਯਮਦੂਤੋ, ਮੇਰੇ ਕੋਲ ਬਹੁਤ ਸਾਰਾ ਧਨ ਹੈ, ਤੁਸੀਂ ਉਹ ਲੈ ਲਵੋ ਅਤੇ ਮੈਨੂੰ ਛੱਡ ਦੇਵੋ। ਅੱਗੋਂ ਯਮਦੂਤ ਕਹਿਣ ਲੱਗੇ ਕਿ ਜੇਕਰ ਅਸੀਂ ਧਨ ਲੈ ਕੇ ਛੱਡ ਜਾਇਆ ਕਰੀਏ ਤਾਂ ਸਾਰੇ ਰਾਜੇ ਅਤੇ ਅਮੀਰ ਲੋਕ ਹਮੇਸ਼ਾ ਹੀ ਜਿਉਂਦੇ ਹੀ ਰਹੀ ਜਾਣ, ਕੋਈ ਵੀ ਪਰਲੋਕ ਨੂੰ ਜਾ ਜਾਵੇ। ਅਸੀਂ ਧਨ ਦੀ ਵੱਢੀ ਲੈ ਕੇ ਤੈਨੂੰ ਛੱਡ ਕੇ ਨਹੀਂ ਜਾ ਸਕਦੇ। ਕਹਿੰਦਾ ਅੱਧਾ ਤੁਹਾਡਾ ਅਤੇ ਅੱਧਾ ਮੇਰਾ। ਕਹਿੰਦੇ ਨਹੀਂ। ਫਿਰ ਤੀਜਾ ਹਿੱਸਾ ਅਤੇ ਫਿਰ ਕਹਿੰਦਾ ਵੀ ਸਾਰਾ ਹੀ ਚੁੱਕੋ, ਮੈਨੂੰ ਨਹੀਂ ਲੋੜ ਪੈਸੇ ਦੀ, ਅਤੇ ਤੁਸੀਂ ਮੌਜਾਂ ਮਾਣੋ ਅਤੇ ਮੈਨੂੰ ਛੱਡ ਦਿਓ। ਇਹ ਉਹਨੇ ਲਾਲਚ ਦਿੱਤਾ ਕਿ ਮੈਂ ਘਾਹ ਖੋਦ ਕੇ ਗੁਜ਼ਾਰਾ ਕਰ ਲਵਾਂਗਾ, ਮੇਰਾ ਸਾਰਾ ਧਨ ਤੁਸੀਂ ਲੈ ਜਾਵੋ ਪਰ ਮੈਨੂੰ ਦੁਨੀਆ 'ਚ ਰਹਿਣ ਦਿਓ। ਯਮਦੂਤ ਕਹਿਣ ਲੱਗੇ ਕਿ ਅਸੀਂ ਤੈਨੂੰ ਲੈ ਕੇ ਜਾਣਾ ਹੀ ਜਾਣਾ ਹੈ। ਫਿਰ ਉਹ ਵਿਚਾਰਾ ਕਹਿਣ ਲੱਗਾ ਕਿ ਜਿੱਥੇ ਮੇਰੀ ਮਾਇਆ ਦੱਬੀ ਹੋਈ ਹੈ ਮੈਨੂੰ ਉੱਥੇ ਲੈ ਜਾਵੋ, ਉਹ ਮੇਰੀ ਸਹਾਇਤਾ ਕਰੇਗੀ। ਯਮਦੂਤ ਉੱਥੇ ਲੈ ਗਏ। ਉਹਨੇ ਧਨ ਨੂੰ ਕਿਹਾ ਕਿ ਮੈਂ ਸਾਰੀ ਉਮਰ ਤੇਰੇ ਅੱਗੇ ਧੂਪ ਦਿਖਾਈ ਹੈ, ਧੰਨ ਲక్ష్ਮੀ ਮਾਤਾ, ਧੰਨ ਲక్ష్ਮੀ ਮਾਤਾ, ਅਤੇ ਤੂੰ ਹੀ ਮੇਰੀ ਸਹਾਇਤਾ ਕਰ। ਤੈਨੂੰ ਹਵਾ ਵੀ ਨਹੀਂ ਲੱਗਣ ਦਿੱਤੀ, ਕਦੇ ਪੁੰਨ ਦਾਨ ਵਿੱਚ ਖਰਚਿਆ ਵੀ ਨਹੀਂ, ਮੇਰੀ ਮਦਦ ਕਰ। ਉਸ ਵੇਲੇ ਮਾਇਆ ਨੇ ਆਪਣੀ ਸ਼ਕਤੀ ਦੁਆਰਾ ਇਸਤਰੀ ਦਾ ਰੂਪ ਧਾਰਨ ਕਰਕੇ ਕਿਹਾ ਕਿ ਤੂੰ ਤਾਂ ਮੇਰੀ ਮੱਤ ਮਾਰੀ ਰੱਖੀ, ਮਿੱਟੀ 'ਚ ਮੇਰਾ ਦਮ ਘੁੱਟ ਕੇ ਰੱਖਿਆ, ਜਾਂ ਮੇਰਾ ਵੀ ਤੈਨੂੰ ਸ਼ਰਾਪ ਹੈ ਕਿ ਤੂੰ ਵੀ ਨਰਕਾਂ 'ਚ ਪਏ, ਤੇਰਾ ਵੀ ਸਾਹ ਨਾ ਨਿਕਲੇ। ਇੰਝ ਬਹੁਤ ਨਿਰਾਸ਼ ਹੋਇਆ ਅਤੇ ਯਮਦੂਤਾਂ ਨੇ ਪਕੜ ਕੇ ਪਰਲੋਕ ਨੂੰ ਤੋਰ ਲਿਆ। ਸੋ ਜਿਵੇਂ ਉਸ ਮਰਦੇ ਬੰਦੇ ਦੀ ਹਾਲਤ ਹੋਈ, ਹੁਣ ਸਾਨੂੰ ਤਾਂ ਪਤਾ ਨਹੀਂ, ਇੱਕ ਤਾਂ ਮਰਨ ਵਾਲੇ ਨੂੰ ਪਤਾ ਅਤੇ ਇੱਕ ਕਬੀਰ ਜੀ ਨੂੰ ਪਤਾ, ਜਾਂ ਜਿਨ੍ਹਾਂ ਪੁਰਖਾਂ ਨੇ ਸਾਰੀ ਉਮਰ ਪਰਮੇਸ਼ਰ ਦਾ ਭਜਨ ਸਿਮਰਨ ਨਹੀਂ ਕੀਤਾ, ਕੋਈ ਨੇਕੀ ਨਹੀਂ ਕੀਤੀ, ਸਗੋਂ ਕਿ ਮਾਇਆ ਜੋੜਨ ਅਤੇ ਵਿਸ਼ੇ ਭੋਗਣ ਵਿੱਚ ਹੀ ਸਦਾ ਲੱਗੇ ਰਹੇ, ਉਹਨਾਂ ਦੀ ਅੰਤ ਵੇਲੇ ਦੀ ਹਾਲਤ ਕਬੀਰ ਸਾਹਿਬ ਜੀ ਇੰਝ ਬਿਆਨ ਕਰਦੇ ਨੇ। ਅਤੇ ਜਿਨ੍ਹਾਂ ਨੇ ਸਿਮਰਨ ਭਜਨ 'ਚ ਚਿੱਤ ਜੋੜਿਆ ਉਹਨਾਂ ਦੀ ਅਵਸਥਾ ਵੀ ਅੱਗੇ ਕਥਨ ਕਰਨਗੇ। ਪਿਆਰ ਨਾਲ ਸੁਣੋ ਜੀ। ਅਮਲ ਸਿਰਾਨੋ ਲੇਖਾ ਦੇਣਾ, ਕਰਮਾਂ ਦੇ ਬੀਤਿਆਂ ਭਾਵ ਪ੍ਰਾਲਬਧ ਪੂਰੀ ਹੋਈ ਤੋਂ ਹਿਸਾਬ ਕਿਤਾਬ ਦੇਣਾ ਪਵੇਗਾ। ਇਸੇ ਪ੍ਰਕਾਰ ਅਮਲ ਸਿਰਾਨੋ ਲੇਖਾ ਦੇਣਾ, ਪਰਮੇਸ਼ਰ ਦੇ ਹੁਕਮ ਅਨੁਸਾਰ ਪ੍ਰਾਲਬਧ ਮੁੱਕਣ ਤੋਂ ਕਿ ਇੰਨੇ ਸਾਲ, ਇੰਨੇ ਮਹੀਨੇ, ਇੰਨੇ ਪਹਿਰ, ਇੰਨੀਆਂ ਘੜੀਆਂ, ਇੰਨੇ ਸਵਾਸ ਲੈ ਕੇ ਜਿਉਣਾ, ਇਹ ਮੁੱਕਣ ਤੋਂ ਜੋ ਜ਼ਿੰਦਗੀ 'ਚ ਕਰਮ ਕੀਤੇ ਨੇ ਉਹਨਾਂ ਅਨੁਸਾਰ ਲੇਖਾ ਦੇਣਾ ਪਵੇਗਾ। ਇਸ ਵਾਸਤੇ ਆਏ ਕਠਨ ਦੂਤ ਜਮ ਲੈਣਾ, ਕਰੜੇ ਸੁਭਾਅ ਵਾਲੇ ਜਿਹੜੇ ਧਰਮ ਰਾਜੇ ਦੇ ਦੂਤ ਨੇ ਉਹ ਲੈਣ ਵਾਸਤੇ ਆ ਗਏ, ਪਹੁੰਚ ਗਏ ਹਨ। ਕਿਆ ਤੈ ਖਟਿਆ ਕਹਾ ਗਵਾਇਆ, ਉਹ ਯਮਦੂਤ ਕਹਿਣਗੇ ਕਿ ਹੇ ਜੀਵ, ਪਰਮੇਸ਼ਰ ਨੇ ਜੋ ਤੈਨੂੰ ਸਵਾਸਾਂ ਦੀ ਪੂੰਜੀ ਦਿੱਤੀ ਸੀ ਉਹਦੇ ਨਾਲ ਤੂੰ ਕੀ ਖੱਟਿਆ ਕਮਾਇਆ ਅਤੇ ਉਹਨੂੰ ਕਿੱਥੇ ਗਵਾਇਆ, ਭਾਵ ਖਰਚ ਕੀਤਾ ਹੈ।
ਮੈਨੂੰ ਦੱਸ ਤਾਂ ਸਹੀ। ਫਿਰ ਇਹਨੂੰ ਕੋਈ ਜਵਾਬ ਨਹੀਂ ਆਏਗਾ। ਚਲੋ ਸਿਤਾਬ ਦੀਵਾਨ ਬੁਲਾਇਆ। ਇਹ ਵੇਖੀ ਜਾਏਗਾ, ਕੁਛ ਬੋਲਣ ਦੀ ਜਾਚ ਹੀ ਨਹੀਂ, ਕੀ ਜਵਾਬ ਦੇਵੇ। ਉਹ ਕਹਿਣਗੇ ਵੀ ਹੁਣ ਤੂੰ ਛੇਤੀ ਚੱਲ ਇੱਥੋਂ, ਨਿਕਲ ਤੁਰ, ਤੈਨੂੰ ਪਰਲੋਕ ਦੀ ਕਚਹਿਰੀ ਵਿੱਚ ਧਰਮ ਰਾਜੇ ਨੇ ਬੁਲਾਇਆ ਹੈ। ਚੱਲ ਦਰਹਾਲ ਦੀਵਾਨ ਬੁਲਾਇਆ। ਦਰਹਾਲ ਹੁਣੇ ਹੀ, ਸ਼ੀਘਰ ਹੀ ਚੱਲ, ਜਾਂ ਜਿਸ ਹਾਲਤ ਵਿੱਚ ਤੂੰ ਹੈ ਛੇਤੀ ਚੱਲ। ਇਸੇ ਹਾਲਤ ਵਿੱਚ ਤੈਨੂੰ ਹਾਕਮ ਭਾਵ ਧਰਮ ਰਾਜੇ ਨੇ ਕਚਹਿਰੀ ਵਿੱਚ ਬੁਲਾਇਆ ਹੈ। ਔਰ ਫੁਰਮਾਨ ਦਰਗਹਿ ਕਾ ਆਇਆ। ਜੀਵ ਕਹਿੰਦਾ ਕਿ ਮੈਨੂੰ ਧਰਮ ਰਾਜੇ ਨੇ ਕਿਉਂ ਬੁਲਾਇਆ, ਤਾਂ ਯਮ ਕਹਿੰਦੇ ਕਿ ਧਰਮ ਰਾਜੇ ਨੂੰ ਵੀ ਪਰਮੇਸ਼ਰ ਦੀ ਦਰਗਾਹ ਦਾ ਹੁਕਮ ਆਇਆ ਕਿ ਫਲਾਣਾ ਆਦਮੀ ਮੇਰੇ ਦੁਆਰਾ ਦਿੱਤੀ ਸਵਾਸਾਂ ਦੀ ਪੂੰਜੀ ਨੂੰ ਭੋਗ ਚੁੱਕਾ ਹੈ। ਧਰਮ ਰਾਜਾ ਜੀ ਉਸ ਨੂੰ ਪਰਲੋਕ ਦੇ ਵਿੱਚ ਹਾਜ਼ਰ ਕਰਕੇ ਉਹਦੇ ਤੋਂ ਹਿਸਾਬ ਲਵੋ। ਸੋ ਧਰਮ ਰਾਏ ਨੂੰ ਹੁਕਮ ਹੈ। ਸੱਚਾ ਧਰਮ ਵਿਚਾਰ। ਧਰਮ ਰਾਜਾ ਤਾਂ ਸਮਝ ਲਓ ਵੀ SHO ਹੈ, ਥਾਣੇ ਦਾ ਜ਼ਿੰਮੇਵਾਰ। ਹੁਕਮ ਤਾਂ ਆਰਡਰ ਤਾਂ ਉੱਪਰ ਆਉਂਦੇ ਨੇ ਮੰਤਰੀਆਂ ਦੇ, ਵੀ ਆਹ ਕਾਰਵਾਈ ਕਰੋ। ਤੋ ਇਸ ਵਾਸਤੇ ਇਹ ਪਰਮਾਤਮਾ ਦਾ ਹੁਕਮ ਹੈ। ਧਰਮ ਰਾਏ ਨੂੰ ਹੁਕਮ ਹੈ, ਵਹਿ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਸੋ ਰੱਬ ਦਾ ਹੁਕਮ ਆਇਆ ਕਿ ਫਲਾਣਾ ਆਦਮੀ, ਉਹਨੂੰ ਲੈ ਕੇ ਆਵੋ, ਜਲਦੀ ਹਾਜ਼ਰ ਕਰੋ। ਔਰ ਫੁਰਮਾਨ ਦਰਗਹਿ ਕਾ ਆਇਆ। ਪਰਮੇਸ਼ਰ ਦੀ ਦਰਗਾਹ ਦਾ ਉੱਪਰੋਂ ਸੱਚਖੰਡ ਤੋਂ ਹੁਕਮ ਧਰਮ ਰਾਜੇ ਨੂੰ ਆਇਆ ਹੈ। ਜਿਹੜੇ ਜ਼ਿੰਮੇਵਾਰ ਹੁੰਦੇ ਨੇ ਜਾਂ ਜੱਜ ਆਦਿਕ ਹੁੰਦੇ ਨੇ, ਉਹ ਮੁਜਰਮ ਦੀਆਂ ਅੱਖਾਂ 'ਚ ਅੱਖਾਂ ਕਦੀ ਨਹੀਂ ਪਾਉਂਦੇ, ਉਹਦੇ ਵੱਲ ਮੂੰਹ ਕਰਕੇ ਕਦੀ ਗੱਲ ਨਹੀਂ ਕਰਨਗੇ, ਕਿਉਂਕਿ ਉਹ ਤਾਂ ਮੁਜਰਮ ਹੈ, ਗੁਨਾਹਗਾਰ ਹੈ। ਤੋ ਇਸ ਵਾਸਤੇ ਵਕੀਲਾਂ ਦੇ ਨਾਲ ਗੱਲ ਕਰਨਗੇ। ਵਕੀਲ ਉਹਨੂੰ ਪੁੱਛ ਕੇ ਫਿਰ ਅੱਗੇ ਦੱਸੂਗਾ, ਸਿੱਧੀ ਗੱਲ ਨਹੀਂ ਉਹ ਕਰ ਸਕਦੇ ਜਿਹੜੇ ਮੁਜਰਮ ਨੇ। ਇਉਂ ਪਰਮਾਤਮਾ ਦੇ ਨਾਲ ਜਿਹੜੇ ਗੁਨਾਹਗਾਰ ਪਾਪੀ ਬੰਦੇ ਨੇ ਉਹ ਸਿੱਧਾ ਨਹੀਂ ਮਿਲ ਸਕਦੇ, ਕਚਹਿਰੀ ਥੱਲੇ ਲੱਗੀ ਹੋਈ ਹੈ। ਇਸ ਵਾਸਤੇ ਧਰਮ ਰਾਜੇ ਨੂੰ ਆਰਡਰ ਹੁੰਦਾ ਕਿ ਤੂੰ ਇਹਨਾਂ ਨੂੰ ਪੁੱਛ ਵੀ ਕਾਹਦੇ ਲਈ ਇਹਨਾਂ ਨੂੰ ਭੇਜਿਆ ਸੀ ਤੇ ਕਰਕੇ ਕੀ ਆਏ ਨੇ। ਗਾਂ ਉਹਨੇ ਵੀ ਆਪਦੇ ਲਿਆਉਣ ਵਾਸਤੇ ਯਮਦੂਤ ਰੱਖੇ ਹੋਏ ਨੇ, ਤੇ ਅੱਗੇ ਉਹਦੀ ਵੀ ਕਚਹਿਰੀ ਦੇ ਵਿੱਚ ਅੱਗੇ ਵਕੀਲ ਹਨ ਉਹਦੇ ਆਪਣੇ। ਰੱਬ ਦਾ ਵਕੀਲ ਧਰਮ ਰਾਜਾ ਹੈ, ਤੇ ਧਰਮ ਰਾਜੇ ਦੇ ਵਕੀਲ ਨੇ ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕੈ। ਚਿੱਤਰ ਜਿਹੜਾ ਹੈ ਉਹ ਦਿਨ ਦਾ ਵਕੀਲ ਹੈ, ਗੁਪਤ ਜਿਹੜਾ ਰਾਤ ਦਾ ਵਕੀਲ ਹੈ, ਜੋ ਦਿਨ ਰਾਤ ਦੇ ਕੰਮਾਂ ਨੂੰ ਲਿਖੀ ਜਾਂਦਾ ਹੈ। ਸੋ ਮਹਾਰਾਜ ਵਾਹਿਗੁਰੂ ਦੀ ਦਰਗਾਹ ਸੱਚਖੰਡ ਤੋਂ ਧਰਮ ਰਾਜੇ ਨੂੰ ਹੁਕਮ ਆਇਆ ਕਿ ਫਲਾਣਾ ਆਦਮੀ, ਉਹਨੂੰ ਪੇਸ਼ ਕਰੋ, ਉਹਨੂੰ ਪੁੱਛੋ ਅਤੇ ਉਹਨੂੰ ਸਜ਼ਾ ਦੇ ਕੇ ਜੇਲ੍ਹ ਦੇ ਵਿੱਚ ਸੁੱਟੋ। 18 ਕਹਿੰਦੇ ਕੁੰਭੀ ਨਰਕ ਨੇ, ਧੱਕਾ ਮਾਰ ਕੇ ਜਿਸ ਤਰ੍ਹਾਂ ਖੂਹ 'ਚ ਸੁੱਟੀ ਦਾ ਇਸ ਤਰ੍ਹਾਂ ਸੁੱਟ ਦਿੰਦੇ ਨੇ, ਕੀੜਿਆਂ ਮਕੌੜਿਆਂ ਦੀ ਤਰ੍ਹਾਂ ਜੀਵ ਕੁਰਬਲ ਕਰਦੇ। ਇੰਨੀ ਸੜਿਆਣ ਦੀ, ਇੰਨੀ ਗਰਮੀ ਮਰ ਆਖਰਾਂ ਦੀ, ਅਤੇ ਇੰਨੀ ਡੰਡ ਰੌਲੀ ਪੈ ਰਹੀ ਹੈ ਵੀ ਮੇਰੀ ਆਵਾਜ਼ ਤੁਹਾਨੂੰ ਨਹੀਂ ਸੁਣਦੀ, ਤੁਹਾਡੀ ਮੈਨੂੰ ਨਹੀਂ ਸੁਣੇਗੀ। ਕੌਣ ਕੀ ਬੋਲ ਰਿਹਾ, ਇੰਨਾ ਰੌਲਾ ਪੈ ਰਿਹਾ। ਰੱਬ 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 ਰੱਬ। ਮਹਾਰਾਜਾ ਜਨਕ ਰੌਲਾ ਸੁਣ ਕੇ ਤਾਂ ਉੱਧਰ ਨੂੰ ਆਇਆ ਸੀ ਵੀ ਇੰਨਾ ਰੌਲਾ ਕਿਵੇਂ ਪੈ ਰਿਹਾ। ਧਰਮੀ ਪੁਰਸ਼ ਸੀਗਾ, ਆਪਦੀ ਭਗਤੀ ਦੇ ਕੇ ਉਹਨੇ ਨਰਕ ਵਿਹਲੇ ਕਰ ਦਿੱਤੇ, ਪਰ ਹਰੇਕ ਦਾ ਰੌਲਾ ਤਾਂ ਨਹੀਂ ਇਸ ਤਰ੍ਹਾਂ ਸੁਣਦਾ। ਜਾਂ ਕਲਗੀਧਰ ਉਹਦੀ ਆਵਾਜ਼ ਸੁਣਦੇ ਨੇ ਜਿਹੜੇ ਮਹਾਰਾਜ ਦੇ ਬਚਨ ਕਮਾਉਂਦੇ ਨੇ। ਇਸ ਵਾਸਤੇ 4 ਵਜਰ ਕਰੈਤਾ ਤੋਂ ਬਚ ਕੇ ਰਹਿਣ ਦੀ ਆਗਿਆ,
ਪੰਜਾਂ ਕਕਾਰਾਂ ਦੀ ਮਰਿਆਦਾ ਵਿੱਚ ਵਿਚਰਨ ਦੀ ਆਗਿਆ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਕਈ ਹਨ ਭੋਲ ਹੀ ਬੋਲੀ ਜਾਂਦੇ ਨੇ, ਪਤਾ ਕੱਖ ਦਾ ਹੈ ਨਹੀਂ, ਆਪਦੇ ਘਰ ਦਾ ਨਹੀਂ ਉਹਨਾਂ ਨੂੰ ਪਤਾ ਵੀ ਘਰ ਕੀ ਹੋ ਰਿਹਾ। ਗੱਲਾਂ ਕਰਦੇ ਨੇ ਧਰਮ ਰਾਜੇ ਦੀਆਂ, ਪਰ ਲੋਕ ਦੀਆਂ ਆਖੇ ਜੀ ਉੱਥੇ ਕੁਛ ਨਹੀਂ ਹੈ, ਨਾ ਕੋਈ ਨਰਕ ਹੈ ਨਾ ਕੋਈ ਸਵਰਗ ਹੈ, ਕੋਈ ਪਾਪ ਨਹੀਂ ਕੋਈ ਪੁੰਨ ਨਹੀਂ, ਕੋਈ ਸਜ਼ਾ ਨਹੀਂ। ਇੱਥੇ ਜੋ ਖਾਧਾ ਪੀਤਾ ਇੱਥੇ ਹੀ ਸਭ ਕੁਛ ਹੈ। ਆਪਦੇ ਆਪ ਦਾ ਨਹੀਂ ਉਹਨਾਂ ਨੂੰ ਪਤਾ, ਘਰ ਦਾ ਨਹੀਂ ਪਤਾ, ਤੇ ਗੱਲਾਂ ਮਾਰਦੇ ਨੇ ਧਰਮ ਰਾਜੇ ਪਰ ਲੋਕ ਦੀਆਂ। ਇਹੋ ਜਿਹੇ ਮੂਰਖ ਬੰਦੇ ਵੀ ਦੁਨੀਆ ਵਿੱਚ ਹਨ। ਮਹਾਰਾਜ ਨੂੰ ਤਾਂ ਪਤਾ, ਮੈਨੂੰ ਨਹੀਂ ਪਤਾ, ਤੁਹਾਨੂੰ ਨਹੀਂ ਪਤਾ, ਪਰ ਗੁਰਬਾਣੀ ਵਿੱਚ ਜੋ ਲਿਖਿਆ ਹੋਇਆ ਹੈ, ਗੁਰੂ ਸਾਹਿਬਾਂ ਨੇ ਜੋ ਕੁਝ ਤੱਕਿਆ ਉਹ ਕੁਝ ਲਿਖਿਆ ਹੈ। ਕਹਿੰਦੇ ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ। ਪਾਪਾਂ ਦੀ ਸਜ਼ਾ ਵੀ ਮਿਲਦੀ ਹੈ, ਧਰਮ ਰਾਜਾ ਵੀ ਹੈ, ਨਰਕ ਵੀ ਨੇ, ਸਵਰਗ ਵੀ ਹਨ, ਗੁਰਬਾਣੀ 'ਚ ਲਿਖਿਆ ਹੋਇਆ। ਇਹ ਗੱਲ ਵੱਖਰੀ ਹੈ ਵੀ ਸੰਤਨ ਦੋ ਰਾਦੇ, ਸੰਤਾਂ ਦਾ ਰਸਤਾ ਵੱਖਰਾ ਸੱਚਖੰਡ ਵਾਲਾ, ਪਰ ਪਾਪੀ ਗੁਨਾਹਗਰ ਬੰਦਿਆਂ ਵਾਸਤੇ ਤਾਂ ਸਭ ਕੁਛ ਹੈ। ਹਿੰਦੂ ਮਤ ਦੇ ਜੋ ਧਾਰਮਿਕ ਗ੍ਰੰਥ ਨੇ, ਗਰੜ ਪੁਰਾਣ, ਉਹਦੇ ਵਿੱਚ ਪਰਲੋਕ ਦਾ ਰਸਤਾ ਹਜ਼ਾਰਾਂ ਯੋਜਨ ਦਾ ਲਿਖਿਆ ਹੈ। 1 ਸਾਲ ਦਾ ਕਹਿੰਦੇ ਪਰਲੋਕ ਦਾ ਰਸਤਾ ਹੈ, ਪਤਾ ਨਹੀਂ ਕਿੰਨੇ ਹਜ਼ਾਰ ਯੋਜਨ। ਪਾਪੀ ਬੰਦੇ ਵੀ ਸਾਲ 'ਚ ਪਹੁੰਚਦੇ ਤੇ ਪੁੰਨੀ ਬੰਦੇ ਵੀ ਸਾਲ 'ਚ ਪਹੁੰਚਦੇ। ਪੁੰਨੀਆਂ ਨੂੰ ਪਾਲਕੀਆਂ 'ਚ ਲਿਜਾਇਆ ਜਾਂਦਾ ਤੇ ਪਾਪੀਆਂ ਨੂੰ ਮਾਰਦਿਆਂ ਕੁੱਟਦਿਆਂ ਬੁਰੇ ਹਾਲ ਕਰਕੇ ਉਹਨਾਂ ਦਾ ਸਿਰ ਬੰਦਲਾ ਦਿੱਤਾ ਜਾਂਦਾ। ਇੱਕ ਹੈਰਾਨੀ ਦੀ ਗੱਲ ਹੈ ਵੀ ਬੰਦੇ ਨੂੰ ਕੁੱਟ ਪੈਂਦੀ ਹੈ, ਇੱਥੇ ਤਾਂ ਬੰਦਾ ਬੇਹੋਸ਼ ਹੋ ਕੇ ਡਿੱਗ ਪੈਂਦਾ ਤੇ ਕੁੱਟਣ ਵਾਲੇ ਖਹਿੜਾ ਛੱਡ ਦਿੰਦੇ ਨੇ ਵੀ ਚਲੋ ਜਦੋਂ ਹੋਸ਼ ਆਊਗਾ ਫਿਰ ਇਹਦੀ ਡੰਡਾ ਪਰੇਡ ਕਰਾਂਗੇ। ਪਰ ਉੱਥੇ ਬੇਹੋਸ਼ ਨਹੀਂ ਹੁੰਦਾ ਜੀਵ, ਕੁੱਟ ਖਾਈ ਜਾਂਦਾ ਤੇ ਦਰਦ ਮਹਿਸੂਸ ਕਰਦਾ। ਇੱਥੇ ਤੇ ਕਈ ਵਾਰ ਇਨਸਾਨ ਮਰ ਵੀ ਜਾਂਦਾ ਤੇ ਖਹਿੜਾ ਛੁੱਟ ਜਾਂਦਾ, ਅਗਲਾ ਸੋਚਦਾ ਵੀ ਮਰ ਗਿਆ, ਹੁਣ ਸਰੀਰ ਨੂੰ ਕੀ ਕਰਨਾ, ਸੁੱਟੋ ਪਰਾਂ ਨਹਿਰ 'ਚ ਜਾਂ ਦੱਬ ਦਿਓ। ਉੱਥੇ ਬੰਦਾ ਮਰਦਾ ਵੀ ਨਹੀਂ, ਬੜੀ ਔਖੀ ਗੱਲ ਹੈ। ਇੱਥੇ ਤਾਂ ਉਮਰ ਪੂਰੀ ਹੋ ਕੇ ਖਹਿੜਾ ਛੁੱਟ ਜਾਂਦਾ, ਉੱਥੇ ਉਮਰ ਵੀ ਨਹੀਂ ਹੈ, ਜੀਵਾਤਮਾ ਹੈ। ਜਿੰਨਾ ਚਿਰ ਰੱਬ ਕੋਈ ਸਰੀਰ ਨਹੀਂ ਦਿੰਦਾ, ਅਰਬਾਂ ਕਰੋੜਾਂ ਹੀ ਜੀਵਾਤਮਾ ਪਤਾ ਨਹੀਂ ਕਿੰਨੀਆਂ ਦੁੱਖ ਭੋਗ ਰਹੀਆਂ ਨੇ। ਕਈਆਂ ਨੂੰ ਭੂਤਾਂ ਪ੍ਰੇਤਾਂ ਦੀਆਂ ਜੂਨਾਂ ਸੁੱਟ ਦਿੰਦਾ ਵੀ ਤੁਰੇ ਫਿਰੋ। ਜਿਹਨੂੰ ਬੰਦੇ ਦੀ, ਇਨਸਾਨ ਦੇ ਸਰੀਰ ਦੀ ਕਦਰ ਹੀ ਨਹੀਂ, ਉਹਨੂੰ ਸਰੀਰ ਭਲਾ ਕਿਉਂ ਦੇਣਾ। ਇਹ ਮਹਾਰਾਜ ਖਫੇ ਹੋ ਜਾਂਦਾ, ਨਾਰਾਜ਼ ਹੋ ਜਾਂਦਾ। ਤੇ ਕਈ ਵਿਚਾਰੀਆਂ ਜੀਵਾਤਮਾ ਤਰਲੇ ਮਾਰਦੀਆਂ ਹੰਭ ਜਾਂਦੀਆਂ ਨੇ, ਕਈ ਯੋਗ ਉਹਨਾਂ ਨੂੰ ਸਰੀਰ ਹੀ ਨਹੀਂ ਮਿਲਦੇ, ਕੁੱਟ ਖਾਈ ਜਾਂਦੇ ਨੇ, ਦੁੱਖ ਭੋਗੀ ਜਾਂਦੇ ਨੇ, ਅੰਤਾਂ ਦਾ ਕਸ਼ਟ ਹੈ। ਇਹ ਸਭ ਕੁਝ ਹੈ, ਗਰੜ ਪੁਰਾਣ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਦ ਜੀਵ ਆਤਮਾ ਨੂੰ ਸਰੀਰ ਦੇ ਵਿੱਚੋਂ ਕੱਢਿਆ ਜਾਂਦਾ ਹੈ, ਇੱਕ ਛੋਟੀ ਜਿਹੀ ਬਾਰੀ ਖੁੱਲ੍ਹਦੀ ਹੈ, ਜਾਂ ਸਮਝ ਲਓ ਸੂਈ ਦੇ ਨੱਕੇ ਤੋਂ ਵੀ ਬਰੀਕ ਹੈ। ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਹਿਓ ਨਿਕਸਿਓ ਕਿਉਂ ਕਰ ਜਾਏ। ਰਾਈ ਦਾ ਦਾਣਾ ਆਪਣੇ ਵੇਖਿਆ, ਇੱਕ ਗਾਜਰਾਂ ਹੁੰਦੀਆਂ ਨੇ ਲਾਲ, ਇੱਕ ਹੁੰਦੀਆਂ ਨੇ ਕਾਲੀਆਂ ਗਾਜਰਾਂ। ਆ ਜਨਵਰੀ ਫਰਵਰੀ 'ਚ 15-20 ਕੁ ਦਿਨ ਹੀ ਆਉਂਦੀਆਂ ਨੇ ਮਸਾਂ, ਜਦ ਉਹਦੀ ਕਾਂਜੀ ਪਾਈ ਦੀ ਹੈ ਤੇ ਖਟੈਸ ਵਾਸਤੇ ਰਾਈ ਸੁੱਟੀ ਦੀ ਹੈ ਪਾਣੀ ਦੇ ਵਿੱਚ, ਗਰਮ ਕਰਕੇ ਉਬਾਲ ਕੇ। ਜਾਂ ਵੈਸੇ ਉਹ ਰਾਈ ਦਾ ਦਾਣਾ ਸਰੋਂ ਦੇ ਦਾਣੇ ਨਾਲੋਂ ਵੀ ਬਰੀਕ ਹੁੰਦਾ। ਕਹਿੰਦੇ ਉਹਦੇ 10ਵੇਂ ਹਿੱਸੇ ਤੋਂ ਵੀ ਪਰਲੋਕ ਦਾ ਰਸਤਾ ਬਰੀਕ ਹੈ, ਜਿੱਧਰ ਦੀ ਬੰਦੇ ਨੂੰ ਕੱਢਿਆ ਜਾਂਦਾ। ਪਰ ਮਨ ਹਾਥੀ ਦੀ ਤਰ੍ਹਾਂ ਫਿੱਟ ਹੋਇਆ ਪਿਆ। ਦੱਸੋ ਹਾਥੀ
ਤੇ ਰਾਈ ਤੋਂ 100ਵੇਂ ਹਿੱਸੇ ਜਿੰਨੇ ਬਰੀਕ ਰਸਤੇ ਦੇ ਵਿੱਚ ਦੀ ਕਿਵੇਂ ਲੰਘੇਗਾ? ਔਖਾ ਹੋਊਗਾ, ਉਹਦਾ ਢਿੱਡ ਢੁੱਡ ਨਪੀੜਿਆ ਜਾਊਗਾ, ਦਰਦ ਹੋਏਗੀ। ਪਰ ਕੱਢਣਾ ਤਾਂ ਉਹਨਾਂ ਨੇ ਹੈ, ਖਿੱਚ ਖੁੱਚ ਕੇ। ਜਿਸ ਤਰ੍ਹਾਂ ਸੁਨਿਆਰਾ ਕਹਿੰਦੇ ਕੜਾ ਬਣਾਉਂਦਾ ਜਾਂ ਕਾਂਟੇ ਬਣਾਉਂਦਾ ਤੇ ਸੋਨੇ ਦੀ ਮੱਤ ਮਾਰ ਛੱਡਦਾ, ਉਹ ਮਸ਼ੀਨ ਦੇ ਵਿੱਚ ਦੀ ਗੇੜਾ ਦੇ ਕੇ ਤਾਰਾਂ ਜੀਆਂ ਕੱਢੀ ਜਾਂਦਾ। ਇਸ ਤਰ੍ਹਾਂ ਬੰਦੇ ਨੂੰ ਕਸ਼ਟ ਹੁੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਆਖਿਆ, ਭਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ ਲੱਖ ਸਿਗਾਰ ਬਣਾਇਆ, ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨਸ ਸੀ। ਮੇਰਾ ਪ੍ਰਕਰਨ ਕੇਵਲ ਇਸ ਪੰਕਤੀ ਦੇ ਆਧਾਰਿਤ ਹੈ। ਜਿਸ ਦਿਨ ਸਾਡੀ ਦੇਹ ਨਾਸ ਹੋਵੇਗੀ, ਜਿਤ ਦਿਨ ਦੇਹ ਬਿਨਸ ਸੀ, ਤਿਤ ਵੇਲੇ ਕੈਸਨ ਪ੍ਰੇਤ, ਉਸੇ ਵੇਲੇ ਸਾਰੇ ਪ੍ਰੇਤ ਪ੍ਰੇਤ ਕਰਕੇ ਦੂਰ ਭੱਜ ਜਾਣਗੇ। ਹੱਥ ਮਰੋੜਾ, ਮਰਨ ਵਾਲਾ ਬੰਦਾ ਲਾਗੇ ਬੈਠੇ ਬੰਦੇ ਨੂੰ ਨਹੀਂ ਪਤਾ ਲੱਗੂਗਾ ਵੀ ਇਹਨੂੰ ਕਿੰਨਾ ਦੁੱਖ ਹੈ, ਉਹ ਹੱਥਾਂ ਨੂੰ ਮਰੋੜੂਗਾ। ਤਨ ਕਪੈ, ਯਮਦੂਤ ਜਦ ਉਹਦਾ ਸਰੀਰ ਟੋਟੇ ਟੋਟੇ ਕਰਕੇ, ਬੰਦਾ ਜਾਣਾ ਨਹੀਂ ਚਾਹੁੰਦਾ, ਕਹਿੰਦਾ ਮੈਂ ਨਹੀਂ ਜਾਣਾ, ਉਹ ਖਿੱਚ ਖੁੱਚ ਕੇ ਮਾਰ ਕੁੱਟ ਕੇ ਜਦ ਵਿੱਚ ਦੀ ਜਿੰਦ ਕੱਢਣਗੇ, ਬਹੁਤ ਔਖਾ ਹੋਊਗਾ। ਹੱਥ ਮਰੋੜਾ, ਤਨ ਕਪੇ, ਵਿੱਚੋਂ ਜੀਵ ਆਤਮਾ ਕੱਟ ਕੇ ਕੱਢਣਗੇ। ਸਿਆਹ ਹੋਇਆ ਸੇਤ, ਜਿਹੜਾ ਗੋਰਾ ਚਿੱਟਾ ਕਰੀਮਾਂ ਦੇ ਪਾਊਡਰ ਲਾ ਕੇ ਰੰਗ ਬਣਾਇਆ ਹੋਇਆ ਸੀ, ਕੋਈ ਮੇਰੇ ਵਰਗਿਆਂ ਨੂੰ ਰੱਬ ਨੇ ਦਿੱਤਾ ਹੀ ਉਸ ਤਰ੍ਹਾਂ ਦਾ ਹੁੰਦਾ, ਲਾ ਲਾ ਸਾਬਣ ਅਤੇ ਪਾਊਡਰ ਅਤੇ ਕਰੀਮਾਂ ਹੋਰ ਹੀ ਬਸੁਰੇ ਜਿਹੇ ਹੋ ਜਾਂਦੇ। ਉਹ ਪਹਿਲਾਂ ਵੀ ਜਾਂਦਾ, ਕਾਲਾ ਬੰਦਾ ਮਾੜਾ ਨਹੀਂ ਹੁੰਦਾ, ਕ੍ਰਿਸ਼ਨ ਕਾਲਾ ਹੀ ਸੀਗਾ। ਇਸ ਲਈ ਮਤਾਂ ਕੋਈ ਭੁਲੇਖਾ ਕਰੇ ਵੀ ਪਾਊਡਰਾਂ ਦੇ ਕਰੀਮਾਂ ਨਾਲ ਆਪਾਂ ਸੋਹਣੇ ਬਣ ਸਕਦੇ ਹਾਂ, ਇਹ ਬੰਦੇ ਦੇ ਮਨ ਦਾ ਭੁਲੇਖਾ। ਜੋ ਨੈਚੁਰਲੀ ਬਿਊਟੀ ਰੱਬ ਨੇ ਬਣਾਈ ਹੈ, ਜੇ ਉਹਦੇ 'ਤੇ ਸੰਤੋਖ ਰੱਖੀਏ ਅਤੇ ਜਿਸ ਤਰ੍ਹਾਂ ਦਾ ਰੱਬ ਨੇ ਬਣਾਇਆ ਉਹ ਬੰਦਾ ਸੋਹਣਾ ਹੀ ਬਣਾਇਆ ਹੈ, ਕਿਸੇ ਨੂੰ ਮਾੜਾ ਨਹੀਂ ਬਣਾਇਆ। ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ, ਬਾਹਰੀ ਅਰਥੇ ਦੇ ਇਸ ਤਰ੍ਹਾਂ ਦੇ। ਸੋ ਜਿਹੜਾ ਲਾ ਕੇ ਜ਼ੋਰ ਚਿਹਰੇ ਨੂੰ ਸੋਹਣਾ ਸੁਨੱਖਾ ਸਵਾਰਿਆ ਸੀ, ਇੱਕਦਮ ਜਦ ਜੀਵ ਆਤਮਾ ਵਿੱਚ ਦੀ ਨਿਕਲ ਗਈ ਜਾਂ ਨਿਕਲਣ ਲੱਗੀ ਕੁੱਟ ਪਈ, ਇੱਕਦਮ ਬੱਗਾ ਪੀਲਾ ਡੱਬ ਖੜੱਬਾ ਜਿਹਾ ਹੋ ਗਿਆ, ਕੁਛ ਵੀ ਨਹੀਂ ਰਿਹਾ। ਲਾਲ ਸੁਰਖ ਰੰਗ ਪੀਲਾ ਪੈ ਗਿਆ। ਸਿਆਹ ਹੋਇਆ ਸੇਤ, ਕਾਲੇ ਰੰਗ ਤੋਂ ਚਿੱਟਾ ਦਿਨ ਚੜ੍ਹ ਗਿਆ। ਪਕੜ ਚਲਾਇਨ ਦੂਤ ਜਮ, ਤੁਸੀਂ ਦੱਸੋ ਵੀ ਕਿਉਂ ਨਹੀਂ ਨਰਕ ਸਵਰਗ? ਯਮ ਦੂਤ ਵੀ ਹਨ, ਕਈ ਮਰ ਕੇ ਜਿਉਂਦੇ ਹੋਏ ਨੇ। ਮੇਰਾ ਸੁਭਾਅ ਹੈ ਅਤੇ ਸਾਰਿਆਂ ਨੂੰ ਫਤਿਹ ਬੁਲਾ ਕੇ ਗੱਲਬਾਤ ਪੁੱਛਦੇ ਰਹੀਦਾ। ਇੱਕ ਗੁਰਮੁਖ ਪਿਆਰੇ ਆ ਗੁਰਦੁਆਰੇ ਦੇ ਸਾਹਮਣੇ 70 'ਚ, ਹੁਣ ਮਿਲਿਆ ਨੂੰ ਸਾਲ ਹੀ ਹੋ ਗਿਆ, ਪਤਾ ਨਹੀਂ ਬਾਹਰ ਚਲੇ ਗਏ ਹੋਣਗੇ। ਅਤੇ ਉਹਨਾਂ ਦੱਸਿਆ ਵੀ ਮੈਂ 4 ਘੰਟੇ ਮਰਿਆ ਰਿਹਾ। ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਤੋਂ ਵਰੋਸ ਆਏ ਹੋਏ, ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਤੇਜਾ ਸਿੰਘ ਜੀ, ਜਿਨ੍ਹਾਂ ਨੇ ਆਪ ਦੇ ਜ਼ਮਾਨੇ 'ਚ ਅਮਰੀਕਾ ਦੀ ਜਿਹੜੀ ਯੂਨੀਵਰਸਿਟੀ ਸ਼ਾਇਦ ਕੈਂਬਰਿਜ ਹੈ, ਉਹਦੇ ਤੋਂ ਅਤੇ ਪੜ੍ਹਾਈ ਕਰਕੇ ਡਿਗਰੀ ਲੈ ਕੇ ਇੰਡੀਆ 'ਚ ਆ ਕੇ ਉਹਨਾਂ ਸੋਚਿਆ ਵੀ ਜਿਹੜੇ ਸੰਤ ਨੇ ਉਹ ਇਕੱਲੇ ਗੁਰਦੁਆਰੇ ਬਣਾਉਂਦੇ ਨੇ ਅਤੇ ਬੱਚਿਆਂ ਦੀ ਪੜ੍ਹਾਈ ਬਾਰੇ ਨਹੀਂ ਸੋਚਦੇ। ਉਹ ਪੜ੍ਹੇ ਲਿਖੇ ਸੰਤ ਸੀਗੇ। ਸੰਤ ਬਾਬਾ ਤੇਜਾ ਸਿੰਘ ਜੀ ਹਿਮਾਚਲ ਦੇ ਵਿੱਚ ਉਹਨਾਂ ਨੇ ਬੜੀ ਸੋਹਣੀ ਜਗ੍ਹਾ ਖਰੀਦ ਕੇ ਬੜੂ ਸਾਹਿਬ ਅਕੈਡਮੀ ਬਣਾਈ ਹੈ। ਸੋ ਉਹਦੇ ਨਾਲ ਦੀਆਂ ਹੋਰ ਵੀ ਕਈ ਅਕੈਡਮੀਆਂ, ਪੜ੍ਹਾਈ ਦਾ ਪ੍ਰਬੰਧ ਕੀਤਾ ਵੀ ਸਾਡੇ ਬੱਚੇ ਪੜ੍ਹ ਕੇ ਉਹਨਾਂ ਨੂੰ ਹਰੇਕ ਕਿਸਮ ਦੀ ਸੋਝੀ ਆਵੇ। ਭਜਨ ਸਿਮਰਨ ਵੀ ਜ਼ਰੂਰੀ ਹੈ। ਸੋ ਬ੍ਰਹਮ ਗਿਆਨੀ ਮਹਾਂਪੁਰਖ ਹੋਏ, ਉਹਨਾਂ ਦੇ ਪ੍ਰੇਮੀ ਸਨ। ਕਹਿੰਦੇ 4 ਘੰਟੇ ਮੈਂ ਮਰਿਆ ਰਿਹਾ ਅਤੇ ਘਰ ਵਾਲੀ ਮੈਨੂੰ ਮੇਰਾ ਸਿਰ ਫੜ ਕੇ ਅਤੇ ਰੋਂਦੀ ਰਹੀ। ਰਾਤ ਦਾ ਟਾਈਮ, ਰਾਤ ਦੇ 12 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ, ਅਤੇ 4 ਬੰਦੇ ਚੰਗੇ ਹੱਟੇ ਕੱਟੇ, ਚੰਗੇ ਤਗੜੇ, ਜਿਨ੍ਹਾਂ ਦੇ ਨਾਲ ਬੰਦਾ ਘੁਲ ਵੀ ਨਹੀਂ ਸਕਦਾ, ਅਤੇ ਮਾਰ ਕੇ ਬਾਂਹ ਇੱਕਦਮ ਬੰਦੇ ਨੂੰ ਪਰੇ ਕਰ ਦਿੰਦੇ।
बड़े जोर वाले बंदे सीगे। कहते चल भाई तेरा बुलावा आया है। कहते 4 बंदियां दे मैं नाल गया बकायदा। तो मैनू पुछया भी की उत्ते वेख्या, वो बड़े गुरमुख प्यारे, झूठ बोल के किसी ने की लेना, बड़ी चढ़दी कला, सोहनी कोठी है, बच्चे सारे बाहर ने, तो महाराज जी सच्चे पातशाह की कृपा, झूठ किसी ने की बोलना। कहंदा भी मैनू देखिया तो कुछ नहीं, उत्थे टेबल लगे हुए सी ते काले कोटां वाले वकील उत्थे तुरे फिरदे सी, एक एक टेबल ते एक एक वकील की ड्यूटी सीगी। तो वो टेबल के उपर वही खाता खोलिया होया सी, बकायदा प्रकाश कीते सी वही, जिहड़ा टेबल मेरा सी मेरे नाम दा। ते वो टेबल ते यमदूता ने मैनू बिठाता भी इत्थे तू बह जा। वकील आया, उन्हें वही खाता वेख्या, चेहरा मोहरा वेख्या, तो उन्होंने कुछ लभे ना। उपरों आवाज़ आई, कहंदे भी ये बंदा गलत आ गया, ये नाम का कोई होर है, वो लैके आओ, इनू छड्ड के आओ जल्दी, किते शरीर कोई शमशान भूमि जी ना लै जाए। बस इन्नी क आवाज़ आई तो मैनू कहंदे वापस करता। उदों पता लगा जदों मेरी अखां खुलियां तो 2 दिन मैं उठ नहीं सकिया, अजे कुट नहीं मैनू पई। माड़ा जे उन्होंने हथ हुथ ला के गांह नूं तोरिया, इन्ने करड़े सी कि उन्होंने हथ भी मेरा शरीर मिट्टी की तरह 2 दिन रहा, जिस तरह बंदे नूं बहुत कुट के ते लम्मे पाया होवे, इस तरह मैं 2 दिन उठ नहीं सकिया। या मन च धौंका रहा, वो दिन जावे तो अज दा आवे। मैं कहंदा नितनेम नहीं छड्डिया। फिर वेख लिया भी संसार झूठा, क्योंकि सब कुछ वेख लिया, अमृत छक लिया। तो इस प्रकार पातशाह जी कहंदे पकड़ चलाइन दूत जम, किसे न देनी भेत, छड्ड खड़ोते खिने माहे, जिन स्यों लगा हेत, हथ मरोड़े तन कपैस्या हो हुआ सेत। ते जेहा बीजै सो लुण कर्मा संदड़ा खेत। ये महाराज सच्चे पातशाह दे खुद आप दे बचन, होर भी बड़े वैरागमई बचन हैं। इयों सब कुछ है, पर मूर्ख बंदे ये गल नूं नहीं मनते। आपां मना के लैना भी की है, आपां तां गुरुद्वारे आप दा भला करना है, बाणी दी विचार करिए ते शरधा भावना दे सहित सरवण करिए। अरदास गाव किछ बाकी। जब यमदूत इस बंदे नूं लैण वास्ते आउंदे ने गुरसिखां नूं, महाराज सच्चे पातशाह 5 प्यारे, कोई संत जिन्हां दा कोई प्रेमी होवे उन्हां नूं या किसी गुरसिख नूं लैण वास्ते भेजदे ने। वो यमदूतां दी फाही तो बच जाते हैं। जिहड़े आम जीव ने वो यमदूतां नूं वेख के तरले कढ़दे, मिन्नतां गोडियां हथ लाउंदे, बेनती करते ने कि मेरी अजे गांव दे विच पिंड दे विच कुछ हिसाब किताब बाकी रहिंदा, लैण देण है। नबेर आज की राती, तुसीं मैनूं वीर बन के छड्ड दिओ, मैं अज दी रात नूं सारा कुछ ही नबेड़ लवांगा, केवल 1 रात का टाइम मैनूं दे दिओ। कि छपी खर्च तुम्हारा सारा, ते कुछ तुहाडा भी खर्चा सारांगा। राह जांदियां नूं पुलिस वाले रोक लैंदे ने, बंदा 200-400 500 रुपया दे के गांह जांदा भी लो चाह पानी पीओ ते सत श्री अकाल, तुसीं भी सुखी आपां भी सुखी। साडी फितरत है, जिहड़ा काम खुद आपां ना कर सकीए वो असीं आप दे पैसे दे राहीं कराउंदे आ, ते पैसा वेख के वड्डे वड्डे अफसर न्यूणियां पा जांदे ने। पहलां बोलणगे, बड़े दबके मारनगे, जो 500 का नोट फड़ो ऐ चुप करके शांति भी ध्यान ना चलो जी, कोई नहीं जाओ। ये साडा सुभाव है भी रिश्वत दे के पैसे दे के हेठां तो लैके उपर तक। तो जिहड़े गेट कीपर ने वो भी माया लैके बंदे नूं अगे करदे ने। सब कुछ चल रहा है।
ਇਹ ਸਾਡਾ ਸੁਭਾਅ ਹੈ। ਉਹ ਯਮਦੂਤਾਂ ਨੂੰ ਵੀ ਕਹਿੰਦੇ ਵੀ ਪੈਸਾ ਮੇਰੇ ਕੋਲ ਬੜਾ ਹੈ, ਜੋ ਮੈਂ ਹਿਸਾਬ ਕਿਤਾਬ ਰਾਤ ਨੂੰ ਇਕੱਠਾ ਕਰੂੰਗਾ ਉਹਦੇ ਵਿੱਚੋਂ ਤੁਹਾਡਾ ਵੀ ਕੁਛ ਨਵੇੜਾ ਕਰ ਦਿਆਂਗਾ, ਖਰਚਾ ਪਾਣੀ ਚਾਹ ਪਾਣੀ ਤੁਹਾਡਾ ਵੀ ਦੇ ਦਿਆਂਗਾ। ਸੁਬਹ ਨਿਵਾਜ ਸਰਾਏ ਗੁਜ਼ਾਰਾਓ। ਤੇ ਇੱਕ ਮੇਰੀ ਬੇਨਤੀ ਹੈ ਕਿ ਸਵੇਰ ਦੀ ਨਮਾਜ਼ ਮੈਨੂੰ ਸਰਾਂ ਭਾਵ ਜਾਮ ਮਾਰਗ ਦੇ ਰਸਤੇ ਵਿੱਚ ਹੀ ਪੜ੍ਹ ਲੈਣ ਦਿਓ, ਅਤੇ ਜਾਂ ਸਵੇਰ ਦੀ ਨਮਾਜ਼ ਇੱਥੇ ਹੀ ਮੈਨੂੰ ਪੜ੍ਹ ਲੈਣ ਦਿਓ। ਇੱਕ ਰਾਤ ਦਾ ਟਾਈਮ ਦੇ ਦਿਓ, ਰਾਤੋਂ ਰਾਤ ਮੈਂ ਆਪਣੇ ਪੈਸੇ ਇਕੱਠੇ ਕਰ ਲੂँਗਾ, ਉਹਦੇ ਵਿੱਚੋਂ ਤੁਹਾਡਾ ਵੀ ਖਰਚਾ ਦੇ ਦਿਊਂਗਾ, ਅਤੇ ਸੁਬਾਹ ਇੱਥੇ ਸਰਾਂ ਦੇ ਵਿੱਚ ਮੈਨੂੰ ਨਮਾਜ਼ ਪੜ੍ਹ ਲੈਣ ਦਿਓ। ਫਿਰ ਮੈਂ ਤੁਹਾਡੇ ਨਾਲ ਚਲਿਆ ਜਾਵਾਂਗਾ ਅਤੇ ਮੈਂ ਮੁੜ ਕੇ ਨਾ ਨਹੀਂ ਕਹੂੰਗਾ। ਭਾਵ ਸੰਸਾਰ ਦੇ ਮੋਹ 'ਚ ਬੱਝਾ ਜੀਵ ਕੁਝ ਹੋਰ ਸਮਾਂ ਇੱਥੇ ਗੁਜ਼ਾਰਨਾ ਚਾਹੁੰਦਾ ਹੈ ਕਿ ਮੈਨੂੰ ਹੋਰ ਸਮਾਂ ਮਿਲ ਜਾਏ। ਇਸੇ ਪ੍ਰਕਾਰ ਸੁਬਹ ਨਿਵਾਜ਼ ਸਰਾਏ ਗੁਜ਼ਾਰਾਓ। ਯਮਦੂਤ ਆਂਦੇ ਨੇ ਕਿ ਤੂੰ ਹੁਣ ਛੇਤੀ ਚੱਲ, ਸਾਡੇ ਕੋਲ ਇੰਨਾ ਟਾਈਮ ਨਹੀਂ ਹੈ, ਅਸੀਂ ਵੀ ਬੜਾ ਸਮਾਂ ਕੱਢ ਕੇ ਆਏ, ਕੋਈ ਹੋਰ ਡਿਊਟੀ 'ਤੇ ਜਾਣਾ ਪੈਣਾ। ਸਵੇਰ ਦੀ ਨਮਾਜ਼ ਦਾ ਵਕਤ ਤਾਂ ਰਸਤੇ ਦੇ ਵਿੱਚ ਬੈਤਰਨੀ ਨਦੀ ਦੀ ਸਰਾਂ 'ਤੇ ਤੂੰ ਗੁਜ਼ਾਰ ਲਈ। ਜਿੰਨੇ ਚਿਰ ਨੂੰ ਨਮਾਜ਼ ਦਾ ਟਾਈਮ ਹੋਣਾ ਉਨੇ ਚਿਰ ਨੂੰ ਤਾਂ ਆਪਾਂ ਬੈਤਰਨੀ ਨਦੀ 'ਤੇ ਪਹੁੰਚ ਜਾਣਾ। ਗਰੜ ਪੁਰਾਣ 'ਚ ਲਿਖਿਆ ਕਿ ਜਿਹੜੀ ਪਾਪੀ ਜੀਵ ਆਤਮਾ ਹੈ ਉਹਦੇ ਰਸਤੇ ਦੇ ਵਿੱਚ ਇੱਕ ਨਦੀ ਆਉਂਦੀ ਹੈ ਜਿਸ ਦਾ ਨਾਮ ਹੈ ਬੈਤਰਨੀ ਨਦੀ। ਜੀਵ ਆਤਮਾ ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਮਰਦੀ ਨਹੀਂ, ਅਸੀਂ ਪਾਣੀ 'ਚ ਡੁੱਬ ਕੇ ਮਰ ਜਾਂਦੇ ਹਾਂ, ਪਰ ਜੀਵ ਆਤਮਾ ਮਰਨ ਤੋਂ ਬਾਅਦ ਨਹੀਂ ਮਰਦੀ। ਉਹ ਗੋਤੇ ਖਾਂਦੀ ਆ, ਦੁੱਖ ਭੋਗਦੀ ਆ, ਅਤੇ ਸਾਹ ਘੁੱਟਦਾ ਹੈ, ਬੜੀ ਮੁਸ਼ਕਿਲ। ਲਹੂ ਅਤੇ ਪਾਕ ਦੀ ਨਦੀ ਹੈ, ਫਿਰ ਪਾਣੀ ਦੀ ਵੀ ਨਹੀਂ। ਬੜੀ ਔਖੀ ਹੋ ਕੇ ਉਹਨੂੰ ਪਾਰ ਲੰਘਾਇਆ ਜਾਂਦਾ, ਅਤੇ ਉਹਦੇ ਤੋਂ ਅੱਗੇ ਇੱਕ ਪੁਰਸਲਾਤ ਕਾ ਪੰਥ ਦੁਹੇਲਾ ਹੈ, ਮਤਲਬ ਇੱਕ ਪੁਲ ਆਉਂਦਾ ਹੈ ਜਿਹੜਾ ਵਾਲ ਦੇ 100ਵੇਂ ਹਿੱਸੇ ਨਾਲੋਂ ਵੀ ਬਰੀਕ ਹੈ, ਔਰ ਉਹਦੇ 'ਤੇ ਕੰਡੇ ਵਿਛਾਏ ਜਾਂ ਸਮਝ ਲਓ ਵੀ ਲੋਹੇ ਦੇ ਕੰਡੇ ਲੱਗੇ ਹੋਏ ਨੇ। ਜੀਵ ਆਤਮਾ ਉਹਦੇ ਕੋਲੋਂ ਤੁਰਿਆ ਨਹੀਂ ਜਾਂਦਾ, ਬੜੀ ਔਖੀ ਹੁੰਦੀ ਹੈ। ਫਿਰ ਰਸਤੇ ਜਾਂਦਿਆਂ ਹੋਇਆਂ ਇੱਕ ਅਸਪੱਤਰਨ ਬਣ ਆਉਂਦਾ ਹੈ ਜਿਹਦੇ ਜੰਗਲ ਦੇ ਦਰਖਤਾਂ ਦੇ ਪੱਤੇ ਤਲਵਾਰਾਂ ਦੀ ਧਾਰ ਨਾਲੋਂ ਵੀ ਤਿੱਖੇ ਨੇ। ਜੇ ਤੁਸੀਂ ਕਹੋ ਵੀ ਇਸ ਤਰ੍ਹਾਂ ਹੋ ਨਹੀਂ ਸਕਦਾ, ਆਪਾਂ ਕਈ ਵਾਰ ਸਰਕੜਾ ਵੱਢਦੇ। ਅੱਜ ਕੱਲ੍ਹ ਦੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਵੀ ਦੱਬ ਕੀ ਹੈ ਅਤੇ ਕਾਈ ਕੀ ਹੈ ਅਤੇ ਸਰਕੜਾ ਕੀ ਹੈ। ਅਤੇ ਜਿਹੜੀ ਦੱਬ ਉਹ ਤਾਂ ਥੋੜ੍ਹੀ ਨਰਮ ਹੁੰਦੀ, ਕਾਈ ਵੀ ਨਰਮ ਹੁੰਦੀ। ਜਦ ਸਰਕੜੇ ਨੂੰ ਕਾਨਿਆਂ ਵਾਲੇ ਨੂੰ ਹੱਥ ਪਾਉਣਾ ਅਤੇ ਹੱਥ ਲਹੂ ਲੁਹਾਣ ਹੋ ਜਾਣੇ, ਉਸ ਵੇਲੇ ਤਾਂ ਨਹੀਂ ਪਤਾ ਲੱਗਣਾ, ਅਤੇ ਮੁੜ ਕੇ ਜਦ ਘਰ ਆਉਣਾ ਫਿਰ ਵੇਖਣਾ ਵੀ ਹੱਥ ਤਾਂ ਜ਼ਖਮੀ ਹੋਏ ਪਏ ਨੇ। ਸਰਕੜਾ ਹੀ ਨਹੀਂ ਮਾਣ। ਆ ਜਿਹੜੇ ਯਾਦਵ ਸੀਗੇ ਉਹ ਜ਼ਹਿਰੀਲੀ ਦੱਬ ਦੇ ਨਾਲ ਹੀ ਇੱਕ ਦੂਜੇ ਨੂੰ ਤੀਰ ਬਣਾ ਕੇ ਮਾਰ ਕੇ ਮਰ ਗਏ। ਕ੍ਰਿਸ਼ਨ ਦੀ ਕੁੱਲ ਉਹ ਦੱਬ ਦੇ ਨਾਲ ਹੀ ਵੇਖੋ ਖਤਮ ਹੋ ਗਈ। ਮਤਲਬ ਕਹਿਣ ਦਾ ਕਿ ਪੱਤਰੇ ਤਿੱਖੇ ਹੋ ਸਕਦੇ ਨੇ, ਕਹਿੰਦੇ ਤਲਵਾਰ ਦੀ ਧਾਰ ਨਾਲੋਂ ਵੀ ਤਿੱਖੇ ਹਨ। ਜੀਵ ਆਤਮਾ ਵਿੱਚ ਦੀ ਲੰਘਦੀ ਹੈ ਅਤੇ ਵਿੱਚ ਦੀ ਲਹੂ ਲੁਹਾਨ ਹੁੰਦੀ ਹੈ। ਇਸ ਵਾਸਤੇ ਸਵਾਸਾਂ ਦੀ ਪੂੰਜੀ ਮੁੱਕੀ ਤੋਂ ਯਮਦੂਤ ਕਿਸੇ ਵੀ ਹਾਲਤ ਵਿੱਚ ਬੰਦੇ ਨੂੰ ਛੱਡ ਕੇ ਨਹੀਂ ਜਾਂਦੇ ਹਨ। ਜਿੰਨੇ ਮਰਜ਼ੀ ਤਰਲੇ ਕਰ ਲਏ, ਜਿੰਨੇ ਮਰਜ਼ੀ ਮਿੰਨਤਾਂ ਮਾਰ ਲਏ, ਜਿੰਨੀਆਂ ਮਰਜ਼ੀ ਸਿਫਾਰਸ਼ਾਂ 'ਤੇ ਚੱਲਦੀਆਂ ਨਹੀਂ, ਜਿੰਨਾ ਮਰਜ਼ੀ ਪੈਸਾ ਹੋਵੇ, ਕਿਉਂਕਿ ਉਹ ਕਹਿੰਦੇ ਸਾਡੇ ਕਿਸੇ ਕੰਮ ਨਹੀਂ ਹੈ। ਪਰ ਲੋਕ ਦੇ ਰਸਤੇ ਦੀ ਪੂੰਜੀ ਕੁਝ ਵੱਖਰੀ ਹੈ, ਪੁੰਨ ਹਨ ਜਾਂ ਨਾਮ ਭਜਨ ਹੈ। ਇਹ ਪੈਸਾ ਅਤੇ ਮਸਾਂ ਦਿੱਲੀ ਤੱਕ ਹੀ ਜਾਂਦਾ। 4 ਘੰਟੇ ਦਾ ਵੱਧ ਤੋਂ ਵੱਧ ਰਸਤਾ ਹੈ, 4 ਘੰਟੇ ਦਾ, ਅਤੇ ਦਿੱਲੀ ਤੱਕ ਹੀ ਜਾਂਦਾ। ਦਿੱਲੀ ਤੋਂ ਅੱਗੇ ਜਦੋਂ ਜਹਾਜ਼ ਉੱਡ ਜਾਏ ਮੁੜ ਕੇ ਖਤਮ ਹੋ ਜਾਂਦਾ। ਇਸ ਵਾਸਤੇ ਸਾਧ ਸੰਗ ਜਾ ਕਉ ਹਰ ਰੰਗ ਲਾਗਾ। ਇਹ ਕਬੀਰ ਸਾਹਿਬ ਫਿਰ ਇਸ ਸੰਸਾਰ ਸਮੁੰਦਰ ਤੋਂ ਤਰਦਾ ਕੌਣ? ਤਾਂ ਕਬੀਰ ਜੀ ਕਹਿੰਦੇ ਹੈ ਭਾਈ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕੇ ਜਿਸ ਪੁਰਖ ਨੂੰ
ਹਰੀ ਪਰਮੇਸ਼ਰ ਦਾ ਪਿਆਰ ਲੱਗ ਗਿਆ ਹੈ। ਧੰਨ ਧੰਨ ਸੂਜਨ ਪੁਰਖ ਸੁਭਾਗਾ। ਉਹ ਪੁਰਖ ਧਨਤਾ ਦੇ ਯੋਗ ਹੈ ਅਤੇ ਉਹ ਸ੍ਰੇਸ਼ਟ ਭਾਗਾਂ ਵਾਲਾ ਪੁਰਖ ਹੈ। ਤੂਤ ਜਨ ਸਦਾ ਸੁਹੇਲੇ। ਲੋਕ ਘਰ ਪਰਲੋਕ ਦੇ ਵਿੱਚ ਪ੍ਰਭੂ ਦੇ ਸੇਵਕ ਹਮੇਸ਼ਾ ਹੀ ਸੁਖੀ ਹਨ। ਜਨਮ ਪਦਾਰਥ ਜੀਤ ਅਮੋਲੇ। ਪਹਿਲਾਂ ਤਾਂ ਪਾਪੀ ਪੁਰਖਾਂ ਦੀ ਹਾਲਤ ਬਿਆਨ ਕੀਤੀ ਹੈ ਕਿ ਉਹ ਯਮਦੂਤਾਂ ਦੇ ਵਸ ਪੈਂਦਾ, ਪਰ ਜਿਹੜੇ ਗੁਰਦੁਆਰੇ ਦੇ ਬੰਦੇ ਨੇ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਿਖ ਕੇ ਗਰੰਟੀ ਦਿੱਤੀ ਹੈ, ਸ਼ਾਇਦ ਤੁਹਾਨੂੰ ਨਾ ਪਤਾ ਹੋਵੇ, ਸ੍ਰੀ ਗੁਟਕੇ ਸਾਹਿਬ ਪਏ ਨੇ ਅਲਮਾਰੀਆਂ ਵਿੱਚ, ਜਿਹੜੇ ਨਿਤਨੇਮ ਵਾਲਾ ਹਾਲ ਹੈ, ਉਹਦੇ ਵਿੱਚ ਮਹਾਰਾਜ ਨੇ ਲਿਖ ਕੇ ਗਰੰਟੀ ਦਿੱਤੀ ਹੈ। ਉਹ ਆਪਾਂ ਛਾਪਿਆ ਨੇ, ਉਹ ਰੱਖਿਆ ਦੇ ਸ਼ਬਦਾਂ ਦੇ ਵਿੱਚ ਸ਼ਬਦ ਕੀਰਤਨ ਸੋਹਲੇ ਤੋਂ ਪਹਿਲਾਂ ਪ੍ਰਕਰਨ ਰੱਖਿਆ ਦੇ ਸ਼ਬਦ ਜਿਹੜੇ ਸੌਣ ਤੋਂ ਪਹਿਲਾਂ, ਕੀਰਤਨ ਸੋਹਲੇ ਤੋਂ ਪਹਿਲਾਂ ਪੜ੍ਹੀ ਦੇ, ਉਹਦੇ 'ਚ ਗੁਰੂ ਸਾਹਿਬ ਨੇ 2 ਪੰਕਤੀਆਂ ਦਾ ਇੱਕ ਸ਼ਲੋਕ ਲਿਖਿਆ। ਸ਼ਲੋਕ ਜੈ ਸਾਧੂ, ਜਿੱਥੇ ਸਾਧੂ ਹਨ, ਮਤਲਬ ਗੁਰੂ ਸਾਹਿਬ ਦੀ ਸੰਗਤ ਜਾਂ ਸਾਧ ਗੁਰੂ ਨਾਨਕ ਸਾਹਿਬ ਹਨ। ਜੈ ਸਾਧੂ ਗੋਬਿੰਦ ਭਜਨ, ਜਿੱਥੇ ਗੋਬਿੰਦ ਦਾ ਭਜਨ ਹੋ ਰਿਹਾ, ਆ ਭਜਨ ਹੀ ਹੈ। ਜਿਹੜੀ ਮਹਾਰਾਜ ਦੀ ਗੁਰਬਾਣੀ ਹੈ ਇਹ ਭਜਨ ਹੈ ਪਰਮਾਤਮਾ ਦਾ। ਕਥਾ ਕੀਰਤਨ ਅਖੰਡ ਪਾਠ ਸਹਿਜ ਪਾਠ ਕੁਛ ਵੀ, ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਸਭ ਵਾਹਿਗੁਰੂ ਜੀ ਦਾ ਭਜਨ ਹੈ। ਨਿਤਨੇਮ ਜਿੱਥੇ ਸਾਧੂ ਬੈਠ ਕੇ ਗੋਬਿੰਦ ਦਾ ਭਜਨ ਕਰ ਰਹੇ ਨੇ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਤੇ ਨਿਤਾ ਪ੍ਰਤੀ ਸਵੇਰ ਸ਼ਾਮ ਕੀਰਤਨ ਹੁੰਦਾ। ਸੱਚਖੰਡ ਉਸੇ ਦਾ ਹੀ ਨਾਮ, ਹਰਿਮੰਦਰ ਸਾਹਿਬ ਨੂੰ ਸੱਚਖੰਡ ਕਿਉਂ? ਕਿਉਂਕਿ ਉੱਥੇ ਕੀਰਤਨ ਹੋ ਰਿਹਾ। ਜਿੱਥੇ ਕੀਰਤਨ ਹੈ ਸੱਚਖੰਡ ਹੈ, ਉੱਥੇ ਯਮਦੂਤਾਂ ਦਾ ਕੰਮ ਕੋਈ ਨਹੀਂ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹੋ ਅਣਾ ਤੂੰ ਅਣਹਿ ਛੁਟੈ ਨਿਕਟ ਨਾ ਜਾਈਓ ਦੂਤ। ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਧਰਮ ਰਾਜਾ ਵੀ ਡਰਦਾ ਹੈ ਸੰਗਤ ਤੋਂ, ਸਾਧੂ ਮਹਾਤਮਾ ਤੋਂ। ਆਪਦੇ ਜਮਦੂਤਾਂ ਨੂੰ ਉਹਨੇ ਹਦਾਇਤ ਕੀਤੀ ਹੋਈ ਹੈ ਬਾਈ ਆਰਡਰ, ਕਿ ਜਿੱਥੇ ਸਾਧੂ ਬੈਠੇ ਹੋਣ, ਬੈਠ ਕੇ ਰੱਬ ਦਾ ਭਜਨ ਕਰਦੇ ਹੋਣ, ਗੁਰਬਾਣੀ ਦਾ ਕੀਰਤਨ ਕਥਾ ਹੁੰਦੀ ਹੋਵੇ, ਖਬਰਦਾਰ ਜੇ ਤੁਸੀਂ ਉੱਥੇ ਕਿਤੇ ਗਏ ਬਿਲਕੁਲ ਨਹੀਂ ਜਾਣਾ। ਜੇ ਤੁਸੀਂ ਕਿਤੇ ਭੁਲੇਖੇ ਨਾਲ ਚਲੇ ਗਏ ਤਾਂ ਰੱਬ ਦੀ ਦਰਗਾਹ 'ਚ ਵੱਜਾ, ਨਾ ਤਾਂ ਮੈਂ ਛੁੱਟੂੰਗਾ ਨਾ ਤੁਸੀਂ ਛੁੱਟੋਗੇ, ਅਤੇ ਸਾਡੀ ਜੰਮਪੁਰੀ ਵੀ ਬਲੌਕ ਹੋ ਜਾਏਗੀ, ਸਾਰਾ ਕੰਮ ਆਪਣਾ ਤਮਾਮ ਹੋ ਜਾਏਗਾ, ਮਹਾਰਾਜ ਦਾ ਗੁੱਸਾ ਹੋਵੇਗਾ। ਇਸ ਲਈ ਯਮਦੂਤਾਂ ਨੂੰ ਸੰਗਤ 'ਚ ਆਉਣ ਦੀ ਆਗਿਆ ਨਹੀਂ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਜੇ ਪਾਤਸ਼ਾਹ ਜੀ ਨੇ ਜਦ ਇੱਕ ਮਾਈ ਦੇ ਰੋਣ ਦੀ ਆਵਾਜ਼ ਅੰਮ੍ਰਿਤ ਵੇਲੇ ਸੁਣੀ ਤਾਂ ਭਾਈ ਬੱਲੂ ਨੂੰ ਭੇਜਿਆ। ਭਾਈ ਬੱਲੂ ਜੀ ਕਹਿਣ ਲੱਗਾ, ਇੱਕ ਮਾਈ ਦਾ ਪੁੱਤਰ ਚੜ੍ਹਾਈ ਕਰ ਗਿਆ ਹੈ ਜੀ। ਸਤਿਗੁਰੂ ਜੀ ਨੇ ਸੁਨੇਹਾ ਭੇਜਿਆ ਕਿ ਮਾਤਾ ਨੂੰ ਆਖੋ ਕਿ ਤੂੰ ਚੁੱਪ ਕਰ ਜਾ ਮਾਤਾ, ਅਸੀਂ ਨਿਤਨੇਮ ਕਰਨਾ ਹੈ। ਅਤੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਭਾਈ ਬੱਲੂ ਨੇ ਮਾਤਾ ਜੀ ਨੂੰ ਸਮਝਾਇਆ ਕਿ ਗੁਰਦੁਆਰਾ ਹੈ, ਗੁਰਦੁਆਰੇ ਨਾ ਤਾਂ ਰੋਈ ਦਾ ਅਤੇ ਨਾ ਹੱਸੀ ਦਾ। ਹੱਸਣ ਵਾਲਾ ਵੀ ਮੂਰਖ ਅਤੇ ਰੋਣ ਵਾਲਾ ਵੀ ਮੂਰਖ, ਅਤੇ ਸੀਰੀਅਸ ਰਹੀਦਾ ਹੈ। ਨਾਮ ਜਪੋ, ਬਾਣੀ ਪੜ੍ਹੋ, ਇੱਕ ਦੂਜੇ ਵੱਲ ਵੇਖਣਾ ਵੀ ਮਨਾ, ਕਿਸੇ ਦਾ ਹਾਲ ਪੁੱਛਣਾ ਵੀ ਮਨਾ। ਚਰਨ ਗੰਗਾ ਤੋਂ ਅੰਦਰ ਗੱਲਾਂ ਬਾਤਾਂ ਕਰਨੀਆਂ ਆਪਾਂ ਗੁਰਦੁਆਰੇ ਤੋਂ ਬਾਹਰ ਕਰ ਸਕਦੇ ਹਾਂ, ਅਤੇ ਇਸ ਲਈ ਇੱਥੇ ਮਨਾਹੀ ਹੈ। ਆਪਦੇ ਧਿਆਨ 'ਚ ਜੇ ਰਹਾਂਗੇ ਤਾਂ ਹੀ ਕੁਛ ਸਾਡੇ ਕੰਨੀ ਪਊਗਾ, ਤਾਂ ਸਮਝ ਆਊਗੀ। ਅਤੇ ਇਸ ਵਾਸਤੇ ਇਹ ਮਾਤਾ ਮਹਾਰਾਜ ਦਾ ਹੁਕਮ ਹੈ ਵੀ ਤੂੰ ਚੁੱਪ ਕਰ ਜਾ। ਕਹਿੰਦੀ ਅੱਛਾ। ਉਹ ਵਿਚਾਰੀ ਚੁੱਪ ਕਰ ਗਈ, ਅਤੇ ਕੁਝ ਕੁ ਮਿੰਟਾਂ ਬਾਅਦ ਫਿਰ ਪਤਾ ਨਹੀਂ ਕੀ ਉਹਨੂੰ ਹੋਲਾ ਜਿਹਾ ਉੱਠਿਆ, ਉਹ ਫਿਰ ਰੋਣ ਲੱਗ ਪਈ। ਜਿਹਦਾ ਮਰਿਆ ਹੋਵੇ ਪਤਾ ਤਾਂ ਉਹਨੂੰ ਹੁੰਦਾ, ਫਿਰ ਸਕਾ ਮੁੰਡਾ ਮਰਿਆ, ਫਿਰ ਇਕੱਲਾ ਇਕੱਲਾ ਮੁੰਡਾ। ਗੁਰੂ ਸਾਹਿਬ ਕੋਲੋਂ ਰਿਹਾ ਨਾ ਗਿਆ। ਮਹਾਰਾਜ ਨੇ ਕੋਈ ਸ਼ਰਾਪ ਨਹੀਂ ਦਿੱਤਾ, ਕੋਈ ਗੁੱਸੇ 'ਚ ਬਚਨ ਨਹੀਂ ਕੀਤਾ,
ਚੁੱਪ ਕਰਕੇ ਮਲਕੜੇ ਜੇ ਉੱਠ ਖਲੋਤੇ, ਮਾਲਾ ਹੱਥ ਵਿੱਚ ਫੜੀ ਹੋਈ ਹੈ, ਸਤਨਾਮ ਵਾਹਿਗੁਰੂ 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 ਕਰਦਿਆਂ ਚਿੱਟਾ ਦਾੜਾ, 100 ਸਾਲ ਤੋਂ ਉੱਪਰ ਉਮਰ, ਬਜ਼ੁਰਗ ਅਵਸਥਾ, ਚਿੱਟੇ ਬਸਤਰ, ਸੋਹਣੀ ਗੋਲ ਚਿੱਟੀ ਦਸਤਾਰ, ਸੋਹਣਾ ਸੁਨੱਖਾ ਤੇ ਮਧੁਰਾ ਕੱਦ ਹੈ। ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਬਾਹਰ ਆਏ। ਆਖਿਆ ਮਾਤਾ ਇਹ ਨਾਮ ਜਪਣ ਦਾ ਵੇਲਾ ਹੈ ਤੇ ਤੂੰ ਰੋ ਕਿਉਂ ਰਹੀ ਹੈ? ਉਹਨੇ ਮਹਾਰਾਜ ਦੇ ਪੈਰ ਫੜੇ, ਕਹਿੰਦੀ ਸੱਚੇ ਪਾਤਸ਼ਾਹ ਆ ਮੇਰਾ ਪੁੱਤਰ ਜਿਉਂਦਾ ਕਰ ਦਿਓ, ਮੈਂ ਭਲਾ ਕਿਉਂ ਰੋਊਂਗੀ? ਮੈਨੂੰ ਆਪਣੇ ਆਪ ਹੀ ਰੋਣ ਆਉਂਦਾ, ਮੈਂ ਚਾਹੁੰਦੀ ਤਾਂ ਨਹੀਂ ਵੀ ਇਸ ਤਰ੍ਹਾਂ ਮੈਂ ਰੌਲਾ ਪਾਵਾਂ। ਤੇ ਮਹਾਰਾਜ ਨੇ ਆਖਿਆ ਵੀ ਸਵੇਰ ਆ ਨਾਮ ਜਪ ਲੈਣ ਦੇ, ਨਿਤਨੇਮ ਕਰ ਲੈਣ ਦੇ, ਵੀ ਦਿਨ ਚੜ੍ਹੇ ਤੇਰੀ ਬੇਨਤੀ ਸੁਣ ਲਾਂਗੇ, ਜਿਉਂਦਾ ਕਰ ਦਿਆਂਗੇ। ਤੇ ਨਾ ਵਾਧਾ ਰਿਹਾ। ਕਹਿੰਦੀ ਮਹਾਰਾਜ ਵੀ ਇੰਨਾ ਟਾਈਮ ਮੈਂ ਕਿਵੇਂ ਵਿਛੋੜਾ ਸਹਾਰੂੰਗੀ? ਗੁਰੂ ਸਾਹਿਬ ਦਿਆਲੂ ਕਿਰਪਾਲੂ ਆਪ ਦਾ ਚਰਨ ਉਸ ਬੱਚੇ ਦੇ ਸੀਸ ਨੂੰ ਛੁਹਾਇਆ। ਆਖਿਆ ਉੱਠ ਭਾਈ ਕਾਕਾ, ਤੇਰੀ ਮਾਂ ਰੋ ਰਹੀ ਹੈ, ਤੂੰ ਇਹਦੇ ਨਾਲ ਘਰ ਨੂੰ ਜਾ। ਉਹ ਸਤਨਾਮ ਵਾਹਿਗੁਰੂ ਵਾਹਿਗੁਰੂ ਕਰਦਾ ਉੱਠ ਕੇ ਬੈਠ ਗਿਆ। ਉਸ ਤੋਂ ਬਾਅਦ ਮਹਾਰਾਜ ਨੇ 22 ਆਰਡਰ ਧਰਮ ਰਾਜੇ ਨੂੰ ਸੁਨੇਹਾ ਭੇਜਤਾ ਵੀ ਖਬਰਦਾਰ ਪੁੱਤ, ਜੇ ਤੂੰ ਇੱਧਰ ਵੜਿਆ, ਇੱਥੇ ਮੈਂ ਰਹਿ ਰਿਹਾ, ਤੂੰ ਨਿੱਤ ਬੰਦੇ ਮਾਰੂੰਗਾ ਤੇ ਨਿੱਤ ਮੈਨੂੰ ਭਾਣੇ 'ਚ ਦਖਲ ਦੇਣਾ ਪਊਗਾ, ਤੇ ਤੂੰ ਗੋਂਦਵਾਲ ਸਾਹਿਬ ਨਹੀਂ ਆਉਣਾ ਜਿੰਨਾ ਚਿਰ ਮੈਂ ਇੱਥੇ ਰਹਿ ਰਿਹਾ। ਉਹ ਧਰਮ ਰਾਜਾ ਵੇਖੋ, ਨਾਮ ਸੁਣੇ ਸੁਤ ਭਾਣ ਡਰਿਓ, ਇਹ ਬਾਣੀ ਵਿੱਚ ਲਿਖਿਆ ਹੋਇਆ ਹੈ। ਕੋਈ ਚੁਟਕਲਾ ਜਾਂ ਮਨ ਘੜਤ ਸਾਖੀ ਨਹੀਂ, ਇਹ ਇਤਿਹਾਸ ਹੈ। ਇਤਿਹਾਸ ਵਿੱਚ ਵੀ ਦਰਜ ਹੈ, ਗੁਰਬਾਣੀ ਵਿੱਚ ਵੀ ਇਹਦੀ ਗਵਾਹੀ ਹੈ ਕਿ ਗੁਰੂ ਅਮਰਦਾਸ ਜੀ ਦਾ ਨਾਮ ਸੁਣਦਿਆਂ ਹੀ ਜਿਹੜਾ ਭਾਣ ਨਾਮ ਹੈ ਸੂਰਜ ਦਾ ਸੁੱਤ ਪੁੱਤਰ ਕੌਣ? ਧਰਮ ਰਾਜਾ। ਸੂਰਜ ਦਾ ਪੁੱਤਰ ਧਰਮ ਰਾਜਾ ਵੀ ਥਰ ਥਰ ਕੰਬਦਾ। ਇਸ ਲਈ ਜਿਹੜੇ ਬੋਲੀ ਸਾਹਿਬ ਦੇ ਵਿੱਚ ਮਹਾਰਾਜ ਨੇ ਵਰ ਦਿੱਤਾ ਹੈ, 84 ਜਪਜੀ ਸਾਹਿਬ ਦੇ ਪਾਠ ਕਰਦੇ ਸਨ ਕਿ ਸੀ ਇਸ਼ਨਾਨ ਕਰਕੇ ਉਹਨਾਂ ਦੀ ਮੁਕਤੀ ਹੋ ਜਾਂਦੀ ਹੈ, ਯਮਦੂਤਾਂ ਦੇ ਵੱਸ ਨਹੀਂ ਪੈਂਦੇ। ਇਸ ਵਾਸਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨੀ ਜ਼ਰੂਰੀ ਹੈ। ਗੁਰੂ ਸਾਹਿਬ ਨੇ ਤਾਂ ਬਚਨ ਕੀਤਾ ਸੀ ਕਿ ਕਿਸੇ ਮਾਂ ਦੇ ਹੁੰਦਿਆਂ ਉਹਦਾ ਜਵਾਨ ਪੁੱਤ ਚੜ੍ਹਾਈ ਨਹੀਂ ਕਰੂਗਾ, ਪਰ ਮਹਾਰਾਜ ਦੀ ਕਿਰਪਾ ਨਾਲ ਧਰਮ ਰਾਜਾ ਇੰਨਾ ਡਰ ਗਿਆ ਵੀ ਉਹ ਅੰਦਰ ਹੀ ਨਹੀਂ ਵੜਿਆ। ਕੋਈ ਪਸ਼ੂ ਪੰਛੀ, ਬੰਦਾ ਤਾਂ ਕੀ ਪੰਛੀ ਵੀ ਨਹੀਂ ਸੀ ਮਰਿਆ। ਇਸ ਲਈ ਉਸ ਟਾਈਮ ਦੇ ਉਹ ਗਵਾਸਤਾ ਸ਼ਹਿਰ ਬਣ ਗਿਆ ਸ੍ਰੀ ਗੋਇੰਦਵਾਲ ਸਾਹਿਬ। ਹੁਣ ਵੈਸੇ ਇੰਨੀ ਡਿਵੈਲਪਮੈਂਟ ਨਹੀਂ, ਪੁੱਡਾ ਵਾਲਿਆਂ ਨੇ ਪਲਾਟ ਕੱਟੇ ਸੀ, ਪਰ ਜਿਨ੍ਹਾਂ ਲਏ ਉਹਨਾਂ ਰੋ ਕੇ ਵੇਚੇ, ਬੜੇ ਪਛਤਾਏ। ਕਹਿੰਦੇ ਫੈਕਟਰੀ ਲੱਗੂਗੀ, ਆ ਉਹ ਸਰਕਾਰਾਂ ਪਤਾ ਨਹੀਂ ਕੀ ਕਰਦੀਆਂ। ਪੰਜਾਬ ਦਾ ਇੱਕ ਮਤਰੇਈ ਮਾਂ ਵਾਲਾ ਸਲੋਕ ਹੁੰਦਾ, ਕੋਈ ਰੁਜ਼ਗਾਰ ਦਾ ਸਾਧਨ ਨਹੀਂ। ਅਤੇ ਇਸ ਵਾਸਤੇ ਦੁਨੀਆ ਬੇਰੁਜ਼ਗਾਰ ਤੁਰੀ ਫਿਰਦੀ, ਬੱਚੇ ਸਾਡੇ ਬੜੇ ਸੋ ਕਠਿਨ ਅਵਸਥਾ ਦੇ ਵਿੱਚੋਂ ਲੰਘ ਰਹੇ ਨੇ। ਤਾਈਓ ਸਾਰੇ ਵੀਜ਼ੇ ਲਵਾ ਕੇ, ਜਿਹੜਾ ਕੋਈ ਪੜ੍ਹਿਆ ਲਿਖਿਆ ਚੰਗਾ ਹੁੰਦਾ ਉਹ ਇੰਡੀਆ ਛੱਡ ਕੇ ਬਾਹਰ ਨੂੰ ਚਲੇ ਜਾਂਦਾ। ਇਹ ਤਾਂ ਸਾਡੇ ਵਰਗੇ। ਸੋ ਮਹਾਰਾਜ ਕਿਰਪਾ ਕਰਨ। ਪਾਤਸ਼ਾਹ ਜੀ ਫਰਮਾਉਂਦੇ ਹਨ, ਈਤ ਊਤ ਜਨ ਸਦਾ ਸੁਹੇਲੇ। ਜਿਹੜੇ ਵਾਹਿਗੁਰੂ ਦੇ ਸੇਵਕ ਨੇ, ਉਹਦੇ ਪਿਆਰ ਵਾਲੇ ਨੇ, ਉਹ ਇਸ ਲੋਕ ਵਿੱਚ ਵੀ ਸੁਖੀ ਨੇ। ਨਾਮ ਜਪਣ ਵਾਲਾ ਜਿਹੜਾ 5 ਬਾਣੀਆਂ ਪੜ੍ਹਦਾ ਤੇ ਗਾਤਰਾ ਪਾਇਆ ਹੋਇਆ, ਤੁਸੀਂ ਕਿਤੇ ਸੜਕ 'ਤੇ ਮੰਗਦਾ ਨਹੀਂ ਵੇਖੋਗੇ। ਅੰਮ੍ਰਿਤਧਾਰੀ ਸਿੰਘ, ਕੇਸਾਧਾਰੀ, ਕਕਾਰਾਂ ਵਾਲਾ ਤੇ 5 ਬਾਣੀਆਂ ਦਾ ਨਿਤਨੇਮੀ, ਉਹਨੂੰ ਕਦੀ ਕਿਸੇ ਕੋਲੋਂ ਮੰਗਣ ਦੀ ਲੋੜ ਨਹੀਂ ਪਏਗੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੀ ਇਹ ਲੋੜ ਵੀ ਇਸ ਲੋਕ ਦੀ ਵੀ ਪੂਰੀ ਕਰਦੇ ਨੇ ਤੇ ਪਰਲੋਕ ਦੇ ਵਿੱਚ ਵੀ ਉਹਦੀ ਬਾਂਹ ਫੜਦੇ ਹਨ। ਸੋ ਜਿਹੜੇ ਰੱਬ ਦੇ ਪਿਆਰ ਵਾਲੇ ਨੇ, ਉਹਦੇ ਸੇਵਕ ਨੇ ਉਹ। ਸੋ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਜਹ ਜਾਈਏ ਤਾਹਾਂ ਸੁਹੇਲੇ। ਆ ਪੈਪਸੂ ਜਿਹੜੀ ਰੋਡਵੇਜ਼ ਹੈ ਪਟਿਆਲੇ ਦੀ, ਉਹਨਾਂ ਦੀਆਂ ਬੱਸਾਂ 'ਤੇ ਘੋੜਾ ਜਿਹਾ ਬਣਿਆ ਹੁੰਦਾ ਅਤੇ ਉਹ ਹਮੇਸ਼ਾ ਹੀ ਪੰਕਤੀ ਮੇਰੀਆਂ ਅੱਖਾਂ 'ਚ ਰਹਿੰਦੀ ਹੈ। ਉਹਦੇ 'ਤੇ ਲਿਖਿਆ ਹੁੰਦਾ, ਜੈ ਜਾਈਏ ਤਾਹਾਂ ਸੁਹੇਲੇ।
गुरपूरा भेटियो वडभागी वाले हुक्मनामे च पंक्ति है, जह जाइए तहाँ सुहेले कर किरपा प्रभ मेले। सो रब दे प्यार वाले जिथे जाते उत्थे सुखी हैं, इस लोक दे विच भी ते परलोक दे विच भी। कबीर जिस मरने ते जग डरै, दुनिया थर थर कंबदी है, कोई मौत का नाम लेना भी पसंद नहीं करता, पर कबीर जी कहते कि जिस मरने ते जग डर मेरा मन आनंद, क्यों? क्योंकि मरने ही ते पाई है पूर्ण परमानंद। शरीर दे हुंदियां तां 100 दुख 100 कलेश, किसी ने गल करती किसी दी सुनती, ਸਿੰਘਾਂ ਦੀ लड़दियां ही जिंदगी लंघ गई। असली आनंद तां मरण तो बाद आ। वेखो आनंद दे सहज इत्थे शहीद सिंह हाजिर ने, ताईं ਉਹ ਤਾਂ ਰੌਣਕਾਂ ਲੱਗੀਆਂ ਹੋਈਆਂ। ਮੜੀਆਂ ਦੇ ਵਿੱਚ ਕੋਈ ਬੰਦਾ ਦਿਖਾਓ, ਉੱਥੇ ਕੋਈ ਦੀਵਾ ਜਗਦਾ ਦਿਖਾਓ। ਮਤਲਬ ਇਹ ਸ਼ਹੀਦਾਂ ਦਾ ਪਵਿੱਤਰ ਸ਼ਹੀਦੀ ਅਸਥਾਨ ਅੰਗੀਠਾ ਸਾਹਿਬ ਹੈ, ਜਿਨ੍ਹਾਂ ਕਮਾਈਆਂ ਕੀਤੀਆਂ, ਰੱਬ ਦਾ ਨਾਮ ਜਪਿਆ, ਜ਼ਿੰਦਗੀ ਸਫਲ ਕਰ ਲਈ। ਵੇਖੋ ਕਿੰਨੀਆਂ ਜੋਤਾਂ, 5 6 7 ਜੋਤਾਂ ਜਗਦੀਆਂ ਨੇ। एक ड्योढ़ी च कमरा बनया होया महापुरखों के नाम ते, उत्थे भी जोत जगदी है। 2 इत्थे हेठां ते 2 उपर ने। इस वास्ते देसी घ्यो कड़ा प्रसाद किन्ने कुंटलों के कुंटल 10वीं के दिहाड़े ते इत्थे कोई जिउंदा है, कोई जागदा है, वसदा घर है, तां ही प्राहुणियां की तरह रौनक लगी हुई है। कबीर जिस मरने ते जग डरै, मेरा मन आनंद, मरने ही ते पाइए पूर्ण परमानंद। जन्म पदार्थ जीता मोले, जो अपने इस अमोलक मनुखा जन्म रूपी पदार्थ वस्तु नूं जित के जांदे, भाव काम आदि विषयां दे विच आपदे शरीर नूं खे खराब नहीं करदे। जागत सोया जन्म गवाया, परमेश्वर दे अमोलक नाम नूं गुरां द्वारा प्राप्त करके उन्होंने अपना मनुखा जन्म रूपी पदार्थ काम क्रोध आदि वैरियां तो जित लिया है। इसलिए गुरमुख सूरमे ने जिहड़ा 10 इंद्रियां ते फतेह पाए वो सूरमा है, ते जिहड़ा मन नूं जित ले वो अतरथी सूरमा है। इस वास्ते इन्हों ने मन जितया, जाको हर रंग लागो इस युग में, सो कहियत है सूरा आत्म जिण सगल वस्तांक जाका सतगुर पूरा। ये गुरमुख काम आदि वैरियां नूं जित के बारी सूरमे भी ने, अंदरले सूरमे भी हन। सूरा सो पहचानीए जो लरै दीन के हेत, पुरजा पुरजा कट मरै कबहू ना छाडै खेत। ते आपां जागत सोया, जागते हुए भी सुते पे हाँ। मैं परसों चौथ जिहड़ा अंब साहब समागम मनाया, गुरपुरब सीगा श्री गुरु रामदास जी महाराज का, तो मैं अपने आप च बहुत महसूस किया, पता नहीं की होया, महाराज के कोल ही बैठा होया, चंगा भला हुक्मनामा सुनिया भी। जब प्रसाद लैके बाहर आए, एक बीबी माई भैन कहती मैं लंगर च चली गई तो पासे हो गई भी तुसी हुक्मनामा सुनिया। मैं कहा जी हाँ सुनिया। कहते सुनाओ की हुक्मनामा। मैं चेते कर हंब गया, मैनू चेता नहीं आया, सच्ची गल है। लागे बह के सुनिया भी हाँ, अखां भी खुलियां ने, सब कुछ वेख भी रहे हैं, वो पता नहीं की हो गया। तो मेरे नाल होर भी उन्होंने पूछा, वो कहते सानू भी नहीं पता, दसो। जागदा बंदा भी सुता होया है, इउं ही साडा जन्म तुरिया जा रहा है। सो रैन गवाई सोए कै दिवस गवाया खाए, हीरे जैसा जन्म है कौड़ी बदलै जाए। सुनदियाँ गिणदियाँ समझदियाँ कुछ पता ही नहीं लगता भी की हो रहा। उदों ही पता चलता जदों दिन चढ़ जाता तो रात पै जाती, फिर रात लग जाती, फिर दिन चढ़ जाता। इउं सालों के साल किन्ने वेखो गुजर गए ने, अगलियां च कोई पता नहीं भी सफलता मिले या ना मिले, उम्र भी इस तरह गुजर जाती है। सो जागत सोया, मनमुख ने जाग
ਅਤੇ ਸੌਂ ਕਰਕੇ ਹੀ ਭਜਨ ਸਿਮਰਨ ਤੋਂ ਬਿਨਾਂ ਜਨਮ ਗਵਾਇਆ, ਮਨੁੱਖਾ ਜਨਮ ਵਿਅਰਥ ਗਵਾ ਲਿਆ। ਇਸੇ ਪ੍ਰਕਾਰ ਜਾਗਤ ਸੋਇਆ ਜਨਮ ਗਵਾਇਆ। ਅਸੀਂ ਪੜ੍ਹੇ ਲਿਖੇ ਆਪਦੇ ਆਪ ਨੂੰ ਗਿਆਨੀ ਮੰਨਣ ਵਾਲੇ ਪੰਡਤ ਵਿਦਵਾਨ ਜਾਗਦੇ ਹੋਏ ਵੀ, ਜਾਗਦੇ ਦਿਮਾਗ ਵਾਲੇ ਵੀ, ਸੋ ਸੁੱਤੇ ਹੋਇਆਂ ਅਵਧਿਆ ਦੀ ਨੀਂਦ ਦੇ ਵਿੱਚ ਸਾਡਾ ਦਿਮਾਗ, ਕੋਈ ਵੀ ਵੱਡੇ ਤੋਂ ਵੱਡਾ ਸਾਇੰਸਦਾਨ ਹੈ, ਪੂਰਾ ਕੰਮ ਨਹੀਂ ਕਰਦਾ 100%। ਸਾਇੰਸਦਾਨ ਦਾ ਵੀ ਵੱਧ ਤੋਂ ਵੱਧ ਜੇ ਕੰਮ ਕਰੇ ਤਾਂ 10% ਕਰਦਾ, 90% ਸੁੱਤਾ ਪਿਆ ਹੈ। ਅਤੇ ਆਮ ਇਨਸਾਨ ਦਾ ਦਿਮਾਗ ਤਾਂ ਮਸਾਂ ਹੀ 1 ਜਾਂ 10% ਕੰਮ ਕਰਦਾ ਹੋਊਗਾ। ਪਰ ਜਿਹੜੇ ਭਜਨ ਕਰਦੇ ਨੇ, ਵਾਹਿਗੁਰੂ ਦੀ ਕਿਰਪਾ ਹੋ ਜਾਂਦੀ। ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਨ੍ਹਾਂ ਦਰਸ਼ਨ ਕੀਤੇ ਨੇ ਔਰ ਉਹਨਾਂ ਦੀ ਗੱਲਬਾਤ ਸੁਣੀ ਹੈ, ਰਿਕਾਰਡਿੰਗਾਂ ਪਈਆਂ ਹੋਈਆਂ, ਵੱਡੇ ਵੱਡੇ ਵਕੀਲ ਉਹਨਾਂ ਦੀ ਈਨ ਮੰਨਦੇ ਸੀ, ਵੱਡੇ ਵੱਡੇ ਲੋਕ ਹਾਜ਼ਰ ਜਵਾਬ ਔਰ 2 ਅਰਫੀ ਸਕਿੰਟਾਂ ਵਿੱਚ ਗੱਲ ਨਿਬੇੜਨੀ। ਬਹੁਤਾ ਸੋ ਜਲੇਬੀਦਾਰ ਗਿਆਨ ਜਾਂ ਬਹੁਤਾ ਵਖਿਆਨ ਨਹੀਂ ਕਰਨਾ। ਤੋ ਬਾਣੀ ਵੀ ਪੜ੍ਹੀ ਜਾਣੀ ਅਤੇ ਨਾਲ ਨਾਲ ਕਥਾ ਵੀ ਸੁਣੀ ਜਾਣੀ, ਜ਼ਿੰਮੇਵਾਰੀ ਵੀ, ਸਾਰੇ ਕੰਮ। ਤੋ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਵੀ ਆਪਾਂ ਸੁੱਤੇ ਹੋਏ ਹਾਂ। ਕਿਉਂ ਸੁੱਤੇ ਹੋਏ ਹਾਂ? ਮਾਲ ਧਨ ਜੋਰਿਆ। ਜਿਹੜਾ ਡੰਗਰ ਮਾਲ, ਸੰਪਦਾ, ਵਿਭੂਤੀ, ਜ਼ਮੀਨ ਜਾਇਦਾਦ, ਪ੍ਰੋਪਰਟੀ ਅਤੇ ਵਿਭੂਤੀ, ਧਨ, ਕੈਸ਼ ਮਨੀ ਇਤਿਆਦਿਕ ਪਦਾਰਥ ਜੋੜ ਕੇ ਮੁੜਕੀ ਹੋਏ ਪਏ ਆ, ਹੰਭੇ ਪਏ ਆ। ਅਮਰੀਕਾ ਮੈਂ ਵੇਖਿਆ, ਕਿਸੇ ਨੂੰ ਮੈਂ ਪੁੱਛਿਆ, ਮੈਂ ਕਿਹਾ ਵੀ ਉਹ ਨਿਕੰਮੇ ਹੋ, ਇੰਨੀ ਮਾਰ ਨੇ ਤੁਹਾਡੇ 'ਤੇ ਕਿਰਪਾ ਕੀਤੀ ਵੀ ਸਿਰ ਕਿਉਂ ਵਢਾਤਾ? ਪੰਜਾਬੀ ਬੰਦੇ ਹੋ ਤੁਸੀਂ, ਵੀ ਕੇਸ ਕਿਉਂ ਕਟਾਤੇ? ਕਹਿੰਦੇ ਕੀ ਕਰੀਏ ਜੀ, ਕੇਸੀ ਚਲਾਉਣ ਦਾ ਟਾਈਮ ਨਹੀਂ ਲੱਗਦਾ। ਸੱਚਮੁੱਚ ਹੀ ਗੱਲ ਇਸੇ ਤਰ੍ਹਾਂ ਹੀ ਹੈ। ਕਹਿੰਦੇ ਤੁਸੀਂ ਵੀ ਰਹੋਗੇ ਅਤੇ ਤੁਹਾਨੂੰ ਵੀ ਪਤਾ ਲੱਗੂਗਾ ਵੀ 24 ਘੰਟਿਆਂ 'ਚੋਂ ਕਈ ਵਾਰ 20 ਘੰਟੇ ਕੰਮ ਕਰਨਾ ਪੈਂਦਾ, ਨਹਾਉਣ ਦਾ ਟਾਈਮ ਨਹੀਂ ਲੱਗਦਾ। ਮੈਂ ਵੇਖਿਆ, ਅਤੇ ਉਹ ਗਲਾਸ ਵੀ ਰੈਡੀਮੇਡ ਹੀ ਮੂੰਹ ਦੇ ਨਾਲ ਚਲਦਿਆਂ ਕਾਰ ਦੇ ਵਿੱਚ। ਆ ਚਾਈਨਾ ਦੇ ਵਿੱਚ ਲੋਕ ਵੇਖੇ ਕੱਪੜੇ ਨਹੀਂ ਧੋਂਦੇ, ਗੰਦੇ ਹੋ ਗਏ ਅਤੇ ਸੁੱਟ ਦੇਣਾ, ਧੋਣ ਦਾ ਟਾਈਮ ਹੀ ਨਹੀਂ, ਨਹਾਉਂਦੇ ਨਹੀਂ। ਸੈਂਟ ਸੁੰਟ ਲਾਇਆ, ਚਲੋ ਮੇਰੇ ਭਾਈ। ਇੱਕ ਮੈਨੂੰ ਵੀ ਕਹਿਣ ਲੱਗਾ, ਕਹਿੰਦੇ ਸਨੋ ਪੈਂਦੀ ਆ, ਬਚ ਕੇ ਰਹੋ। ਮੈਂ ਕਿਹਾ ਕੁਛ ਨਹੀਂ ਹੁੰਦਾ। ਜੇ ਨਹਾਉਣ ਤੋਂ ਬਾਅਦ ਬੰਦਾ ਮਰ ਗਿਆ ਇਹਦੇ ਨੂੰ ਚੰਗੀ ਗੱਲ ਕੀ ਹੈ? ਅਤੇ ਜੇ ਬਗੈਰ ਨਹਾਉਣ ਤੋਂ ਮਰ ਗਿਆ ਅਤੇ ਫਿਰ ਤਾਂ ਕੰਮ ਔਖਾ ਹੀ ਆ। ਅਤੇ ਇਸ ਵਾਸਤੇ ਸਨੋ ਪੈਂਦੀ ਜ਼ਰੂਰ ਹੈ, ਪਰ ਠੰਡ ਨਹੀਂ ਲੱਗਦੀ। ਤੋ ਇਸ ਲਈ ਸੋ ਜਿਹੜੀ ਚੀਜ਼ ਕੰਮ ਨਹੀਂ ਆਉਣੀ ਉਹਨੂੰ ਜੋੜੀ ਜਾਂਦੇ ਆ। ਨਹਾਉਣ ਦਾ ਟਾਈਮ ਵੀ ਨਹੀਂ, ਸੰਗਤ ਵਿੱਚ ਆਉਣ ਦਾ ਤਾਂ ਭਲਾ ਕੀ ਸਮਾਂ ਲੱਗਣਾ। ਵੈਸੇ ਗੁਰਮੁਖ ਪਿਆਰੇ ਜਿੱਥੇ ਵੀ ਹਨ, ਇੱਥੇ ਨੇ ਕਿਤੇ ਹੋਰ ਨੇ, ਅਤੇ ਉਹਨਾਂ ਦੀ ਚੜ੍ਹਦੀ ਕਲਾ ਹੈ। ਬਹੁਤਾ ਨਹੀਂ ਤਾਂ ਸ਼ਨੀ ਐਤਵਾਰ ਤਾਂ ਆਪ ਦਾ ਸਮਾਂ ਕੱਢਦੇ ਨੇ। ਮਹਾਰਾਜ ਕਹਿੰਦੇ ਵੀ ਸਮਾਂ ਕੱਢੋ ਭਾਈ, ਜੋੜਨ ਦੇ ਵਿੱਚ ਹੀ ਨਾ ਲੱਗੇ ਰਹੋ। ਜਿਹੜਾ ਜੋੜਨ 'ਚ ਲੱਗਾ ਹੋਇਆ ਉਹ ਸਮਝ ਲਓ ਸੁੱਤਾ ਪਿਆ ਹੈ, ਭਇਆ ਪਰਾਇਆ। ਕਿਉਂਕਿ ਮਰਨ ਲੱਗਿਆਂ ਅੰਤ ਨੂੰ ਸਭ ਬੇਗਾਨਾ ਹੋ ਜਾਂਦਾ। ਉੱਧਰੋਂ ਬੁੱਢੇ ਦਾ ਘੋਰੜੂ ਵੱਜਦਾ ਹੁੰਦਾ, ਉਹਦੇ ਭਾਅ ਦੀ ਬਣੀ ਵਕਤ ਪਿਆ ਹੁੰਦਾ, ਯਮਦੂਤ ਉਹਨੂੰ ਕੁੱਟਦੇ ਅਤੇ ਮਾਰਦੇ। ਇੱਧਰ ਧੀਆਂ ਪੁੱਤ, ਉਹ ਧੀ ਕਹਿੰਦੀ ਆ ਵੀ ਮੈਨੂੰ ਕਾਂਟੇ ਅਤੇ ਕਿੱਲ ਚਾਹੀਦੇ, ਕੋਈ ਕਹਿੰਦਾ ਮੈਨੂੰ ਕੜਾ ਚਾਹੀਦਾ, ਅਤੇ ਆਪਦੇ ਮਨ ਦੇ ਵਿੱਚ ਹੀ ਵੰਡੀਆਂ ਪਾਉਣ ਲੱਗ ਪੈਂਦੇ। ਉਹ ਵਿਚਾਰਾ ਚੜ੍ਹਾਈ ਕਰ ਗਿਆ, ਪਤਾ ਨਹੀਂ ਕਿਹੜੇ ਹਾਲ 'ਚ ਹੋਵੇ, ਅਤੇ ਇੱਥੇ ਰੌਲਾ ਪਿਆ ਹੋਇਆ ਵੀ ਬੁੱਢੇ ਨੂੰ ਚੁੱਕਣ ਤਾਂ ਦੇਣਾ, ਇੱਥੇ ਪਹਿਲਾਂ ਲਿਖੋ ਆ ਮੇਰਾ ਅਤੇ ਉਹ ਤੇਰਾ। ਹੈ ਕੋਈ ਦੁਨੀਆ? ਕਿਸੇ ਦੀ ਨਹੀਂ ਹੈ। ਸਕੇ ਨਹੀਂ ਆਪਣੇ, ਗੁਆਂਢੀਆਂ ਨੇ ਤਾਂ ਭਲਾ ਕੀ ਬਣਨਾ ਹੈ। ਕਹੋ ਕਬੀਰ ਤੇਈ ਨਰ ਭੂਲੇ। ਮੈਂ ਤਾਂ ਜਿੱਥੋਂ ਤੱਕ ਗੁਰਦੁਆਰੇ ਸਮਝਿਆ ਵੀ ਜਿੰਨੇ ਕੁ ਜ਼ਿੰਮੇਵਾਰੀ ਦਾ ਸਮਾਂ ਹੈ, ਪੂਰੀ ਜ਼ਿੰਮੇਵਾਰੀ ਨਾਲ ਸਮਾਂ ਨਿਭਾਉਣਾ ਚਾਹੀਦਾ। ਜਦੋਂ ਵੇਖਿਆ ਵੀ ਧੀ ਪੁੱਤ ਜਵਾਨ ਹੋ ਗਏ ਨੇ, ਆਪਦੇ ਹੁੰਦਿਆਂ ਹੀ ਵੀ ਰੌਲਾ ਨਾ ਪਏ, ਝਗੜਾ ਨਾ ਪਏ, ਸਭ ਨੂੰ ਥਾਂ ਥਾਈਂ ਕਰਕੇ ਵੀ ਕੋਈ ਧਿਆਨ ਰੱਖੇ ਹੀ ਨਾ, ਆਪ ਦਾ ਵੱਖਰਾ ਰੱਖ ਲੈ, ਭਜਨ ਕਰੇ। ਜ਼ਿੰਮੇਵਾਰੀ ਜਿੰਨੀ ਵੀ ਪਾਵਾਂਗੇ ਉਨੀ ਗਲ ਗਲੈਣ ਪਊਗੀ, ਜਿੰਨੀ ਛੱਡਾਂਗੇ ਉਨੀ ਸੁਰਖਰੂ ਹੋਊਗੀ। ਧੀਆਂ ਪੁੱਤ ਨੂੰ ਦੇ ਕੇ ਤੇ ਲਾਂਭੇ ਹੋਵੋ। ਕੁਛ ਆਪਦੀ ਆਤਮਾ ਦਾ ਵੀ ਭਲਾ ਕਰੀਏ। ਕਬੀਰ ਜੀ ਕਹਿੰਦੇ ਵੀ ਉਹ ਪੁਰਖ ਭੁੱਲੇ ਹੋਏ ਨੇ
ਅੱਜ ਭੁੱਲਿਆਂ ਦੀ ਕਥਾ ਹੋਈ ਹੈ। ਖਸਮ ਬੇਸਾਰ ਮਾਟੀ ਸੰਗ ਰੂਲੇ। ਸਾਧ ਸੰਗਤ ਸਮਝੀ ਹੋਈ ਹੈ, ਜਿਹਨੂੰ ਗੁਰਦੁਆਰੇ ਦਾ ਰਸਤਾ ਮਹਾਰਾਜ ਨੇ ਦਿਖਾਤਾ ਤੇ ਆਪ ਦਾ ਸਮਾਂ ਕਰਕੇ ਉਹ ਬੈਠੇ ਹੋਏ ਨੇ, ਤੇ ਜਿਨ੍ਹਾਂ ਤੇ ਮਹਾਰਾਜ ਦੀ ਕਿਰਪਾ ਨਹੀਂ ਹੋਈ ਉਹ ਰੱਬ ਨੂੰ ਭੁਲਾ ਕੇ ਅੰਤ ਨੂੰ ਮਿੱਟੀ ਦੇ ਨਾਲ ਰੁਲ ਜਾਂਦੇ ਨੇ। ਫਰੀਦਾ ਜਿਤ ਤਨ ਬਿਰਹੂ ਨਾ ਉਪਜੈ ਸੋ ਤਨ ਜਾਨ ਮਸਾਨ। ਉਹ ਮੜੀਆਂ 'ਚ ਜਾਂਦੇ ਨੇ, ਕੋਈ ਉਹਨਾਂ ਦੀ ਬਾਤ ਨਹੀਂ ਪੁੱਛਦਾ ਹੈ। ਜਾਂ ਜਿਨ੍ਹਾਂ ਨੇ ਖਸਮ ਨੂੰ ਵਿਸਾਰਿਆ ਉਹ ਬੰਦੇ ਭੁੱਲ ਕੇ ਮਿੱਟੀ ਦੇ ਨਾਲ ਮਿੱਟੀ ਦੀਆਂ ਜੂਨਾਂ ਦੇ ਵਿੱਚ ਰਲ ਜਾਂਦੇ ਨੇ। ਮੇਰੇ ਬਹੁਤ ਹੀ ਪਿਆਰੇ ਮਿੱਤਰ ਇਕੱਠੇ ਬਹਿੰਦੇ ਖਲੋਂਦੇ ਸੌਂਦੇ ਖਾਂਦੇ ਪੀਂਦੇ ਰਹੇ। ਗਿਆਨੀ ਸੁਖਜਿੰਦਰ ਸਿੰਘ ਜੀ ਸਿੰਘ ਸਾਹਿਬ, ਤੇ ਡਾਕਟਰਾਂ ਨੇ ਆਖਿਆ ਭਈ ਜਿਹੜੀ ਬਿਮਾਰੀ ਹੈ ਖੂਨ ਦੀ ਕੈਂਸਰ, ਇਹ ਦਵਾਈ ਦੇ ਨਾਲ ਠੀਕ ਤਾਂ ਹੋ ਸਕਦੀ ਹੈ, ਤੇ ਕਹਿੰਦੇ ਵੀ ਸਾਈਡ ਇਫੈਕਟ, ਕਹਿੰਦੇ ਤੁਹਾਡੇ ਕੇਸ ਝੜ ਜਾਣਗੇ। ਕਹਿੰਦੇ ਨਹੀਂ ਬਾਈ, ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਸੇਵਕ ਜਿਨ੍ਹਾਂ ਦਾ ਸਭ ਤੋਂ ਲੰਬਾ ਦਾੜਾ ਸੀਗਾ, ਉੱਚੇ ਲੰਮੇ ਜਵਾਨ ਸੋਹਣੇ ਸੁਨੱਖੇ ਗਿਆਨੀ ਸਾਹਿਬ ਜੀ, ਦਾੜਾ ਬੜਾ ਸੋਹਣਾ ਪ੍ਰਕਾਸ਼। ਕਹਿੰਦੇ ਵੀ ਮਰਨਾ ਤਾਂ ਇੱਕੋ ਦੇਣੀ ਹੈ, ਜੇ ਰੱਬ ਨੇ ਲਿਖਿਆ ਇਸੇ ਤਰ੍ਹਾਂ ਹੀ ਤੇ ਫਿਰ ਇਸੇ ਤਰ੍ਹਾਂ ਹੀ, ਦਵਾਈ ਨਹੀਂ ਖਾਣੀ, ਕੇਸ ਨਹੀਂ ਚੜ੍ਹਨੇ ਚਾਹੀਦੇ। ਕੇਸਾਂ ਸਵਾਸਾਂ ਸੰਗ ਸਿੱਖੀ ਨਿਭ ਜਾਏ, ਇਹ ਅਰਦਾਸ ਕੀਤੀ ਤਾਂ ਮਹਾਰਾਜ ਨੇ ਸੌਖਾ ਹੀ। ਸੋ ਉਹਨਾਂ ਦੇ ਸਰੀਰ ਨੂੰ ਸਵਾਸਾਂ ਤੋਂ ਅਲੱਗ ਕਰਕੇ ਤੇ ਦੁਨੀਆ ਨੂੰ ਵੇਖੋ ਪਰਿਵਾਰ ਨੂੰ ਫਿਕਰਾਂ 'ਚ ਪਾਤਾ, ਤੇ ਪਰ ਉਹਨਾਂ ਗੁਰਮੁਖਾਂ ਦੀ ਤਾਂ ਇੱਥੇ ਵੀ ਸੱਚਖੰਡ ਤੇ ਪਰਲੋਕ ਦੇ ਵਿੱਚ ਵੀ ਸਾਹਿਬਾਂ ਦੇ ਚਰਨਾਂ 'ਚ ਨਿਵਾਸ, ਉਹਨਾਂ ਦੀ ਚੜ੍ਹਦੀ ਕਲਾ। ਗੁਰੂ ਮਹਾਰਾਜ ਕਿਰਪਾ ਕਰਨ, ਸੋ ਸਰਬੱਤ ਦਾ ਭਲਾ ਕਰਨ ਜੀ। ਇਹ ਕਥਾ ਗੁਰਬਾਣੀ ਦੀ ਹੈ, ਮੈਂ ਵੀ ਆਪ ਦੇ ਨਾਲ ਬੈਠ ਕੇ ਸੁਣੀ ਹੈ। ਸੱਚੇ ਪਾਤਸ਼ਾਹ ਕਬੀਰ ਜੀ ਬਖਸ਼ਿਸ਼ ਕਰਨ, ਇਹ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ ਤਾਂ ਕਿ ਅਸੀਂ ਕਮਾ ਕੇ ਆਪ ਦਾ ਭਲਾ ਕਰ ਸਕੀਏ। ਭੁੱਲ ਚੁੱਕ ਮਾਫ ਕਰਨੀ, ਅੱਗੇ ਤੋਂ ਸਮਤ ਬਖਸ਼ਣੀ ਜੀ। ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋਰਿਆ ਭਇਆ ਪਰਾਇਆ। ਕਹੋ ਕਬੀਰ ਤੇਈ ਨਰ ਭੂਲੇ, ਖਸਮ ਬੇਸਾਰ ਮਾਟੀ ਸੰਗ ਰੂਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।